ਵਾਹਿਗੁਰੂ ਸਾਹਿਬ ਜੀ। ਜੇ ਜੇ ਤੁਮਰੇ ਧਿਆਨ ਕੋ ਨਿਤ ਉਠ ਧਿਆਏ ਹੈ ਸੰਤ। ਅੰਤ ਲਹੈਂਗੇ ਮੁਕਤ ਫਲ ਪਾਵੈਂਗੇ ਭਗਵੰਤ। ਰਿਦਾ ਹਉ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਨਾਵਾਸ। ਕਕਰ ਚੁਗਨ ਥਲ ਵਸਨਾ ਰੱਬ ਨਾ ਛੋਡਨ ਪਾਸ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨ ਸਾਕੂੰ ਤੂੰ ਠਾਕੁਰ ਊਚ ਭਗਵਾਨਾ। ਸੁਕਾਉ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸੰਬੰਧੀ ਨੂਰ ਅਰਸੋਂ ਕੁਰਸੋਂ ਛਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਘਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਘਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਘਰ ਚੌਥਾ ਸੋਰਠ। ਪਾੜ ਪੜੋਸਣ ਪੁੱਛ ਲੈ ਨਾਮਾ ਕਾ ਪਹਿਚਾਨ ਛਵਾਈ ਹੋ। ਤੋ ਪੈ ਦੁਗਣੀ ਮਜੂਰੀ ਦੇਹੋ ਮੋਕੋ ਬੇਡੀ ਦੇਹੋ ਬਤਾਈ ਹੋ। ਰੀ ਬਾਈ ਬੇਡੀ ਦੇਨ ਨਾ ਜਾਈ। ਦੇਖ ਬੇਡੀ ਰਹੋ ਸਮਾਈ। ਹਮਾਰੇ ਬੇਡੀ ਪ੍ਰਾਣ ਆਧਾਰਾ। ਪਾੜ ਪੜੋਸਣ ਪੁੱਛ ਲੈ ਨਾਮਾ ਕਾ ਪਹਿਚਾਨ ਛਵਾਈ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਪਤਿਤ ਪਾਵਨ ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਸਤਿਗੁਰੂ ਜੀਆਂ ਨੇ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਨਿਤਨੇਮ ਦੇ ਰੂਪ ਦੇ ਵਿੱਚ ਔਰ ਇਸੇ ਤਰ੍ਹਾਂ ਇਹ ਗੁਰਬਾਣੀ ਦੇ ਜੋ ਸ਼ਬਦ ਹਨ ਕੀਰਤਨ ਦੇ ਰੂਪ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੇ। ਵੱਡੇ ਭਾਗ ਉਹਨਾਂ ਗੁਰਮੁਖਾਂ ਦੇ ਸਤਸੰਗੀਆਂ ਦੇ ਜਿਨ੍ਹਾਂ ਨੇ ਗੁਰੂ ਦਰਬਾਰ ਵਿੱਚ ਬੈਠ ਕੇ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੀ ਕੀਰਤਨ ਅਤੇ ਨਿਤਨੇਮ ਦੀ ਦਾਤ ਬਖਸ਼ਿਸ਼ ਕੀਤੀ ਹੈ। ਇਸ ਵੇਲੇ ਆਪਾਂ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰ ਰਹੇ ਹਾਂ ਜੋ ਸਤਿਗੁਰੂ ਜੀ ਹਰ ਰੋਜ਼ ਅੰਮ੍ਰਿਤ ਵੇਲੇ ਸਾਨੂੰ ਇਹ ਬਾਣੀ ਦੀਆਂ ਦਾਤਾਂ ਬਖਸ਼ਿਸ਼ ਕਰਦੇ ਨੇ। ਸੋ ਆਓ ਕੁਝ ਸਮੇਂ ਵਾਸਤੇ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਨਾਲ
ਸ਼ਰਧਾ ਨਾਲ ਸਤਿਗੁਰਾਂ ਦੇ ਜੋ ਅੰਮ੍ਰਿਤ ਬਚਨ ਹਨ ਉਹਨਾਂ ਨੂੰ ਸਰਵਣ ਕਰੀਏ। ਭਾਵਨਾ ਨਾਲ ਮਿਲ ਕੇ ਆਖੀਏ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਘਰ ਚੌਥਾ ਸੋਰਠ, ਪਾੜ ਪੜੋਸਣ ਸੁਣ ਲੈ ਨਾਮਾ, ਕਾ ਪਹਿਚਾਨ ਛਵਾਈ ਹੋ। ਰਾਗ ਸੋਰਠ ਦੇ ਅੰਦਰ ਭਗਤ ਨਾਮਦੇਵ ਜੀਆਂ ਦਾ ਇਹ ਜੋ ਸ਼ਬਦ ਹੈ, ਭਗਤ ਜੀਆਂ ਦੇ 3 ਸ਼ਬਦ ਸੋਰਠ ਰਾਗ ਦੇ ਵਿੱਚ ਮਹਾਰਾਜ ਜੀਆਂ ਨੇ ਅੰਕਿਤ ਕੀਤੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਨੇ ਇੱਕ ਸ਼ਬਦ ਦੀ ਵਿਚਾਰ ਆਪਾਂ ਪਰਸੋਂ ਦੇ ਦੀਵਾਨ ਵਿੱਚ ਸਰਵਣ ਕੀਤੀ ਹੈ, ਔਰ ਇਸੇ ਸ਼ਬਦ ਦੀ ਵਿਚਾਰ ਜੋ ਅੱਜ ਆਪਾਂ ਸਰਵਣ ਕਰਨ ਜਾ ਰਹੇ ਹਾਂ, ਇਹਦੀ ਵਿਚਾਰ ਕੱਲ੍ਹ ਦੇ ਦੀਵਾਨ ਵਿੱਚ ਵੀ ਆਪਾਂ ਸਰਵਣ ਕੀਤੀ ਹੈ। ਔਰ ਉਹੀ ਸ਼ਬਦ ਜਿਹੜਾ ਹੈ ਉਹ ਅੱਜ ਆਪਾਂ ਸਰਵਣ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਮਹਾਰਾਜ ਜੀ ਆਪਾਂ ਨੂੰ ਹੋਰ ਜਿਹੜੇ ਅਰਥ ਹਨ ਉਹਨਾਂ ਦੀ ਦਾਤ ਬਖਸ਼ਿਸ਼ ਕਰਨਗੇ। ਸੋ ਸੋਰਠ ਰਾਗ ਦਾ ਇਹ ਸ਼ਬਦ ਹੈ, ਚੌਥੇ ਘਰ ਦੇ ਅੰਦਰ ਗਾਉਣ ਦਾ ਹੁਕਮ ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਕੀਤਾ ਹੈ। 657 ਅੰਗ ਦਾ ਇਹ ਸ਼ਬਦ ਹੈ। 657 ਅੰਗ ਦੇ ਉੱਪਰ ਇਹ ਸ਼ਬਦ ਮਹਾਰਾਜ ਜੀਆਂ ਨੇ ਦਰਜ ਕੀਤਾ ਹੈ। ਪਾਤਸ਼ਾਹ ਫਰਮਾਉਂਦੇ ਹਨ, ਪਾੜ ਪੜੋਸਣ ਸੁਣ ਲੈ ਨਾਮਾ। ਸਤਿਗੁਰੂ ਬਖਸ਼ਿਸ਼ ਕਰਦੇ, ਪਾੜ ਤੋਂ ਭਾਵ ਜੋ ਨੇੜੇ ਰਹਿਣ ਵਾਲੀ ਜਗਿਆਸੂ ਰੂਪ ਇਸਤਰੀ ਹੈ। ਪਾੜ ਪੜੋਸਣ ਪੂਛ ਲੈ ਨਾਮਾ। ਸੋ ਕਹਿਣ ਲੱਗੇ ਜਿਹੜੀ ਜਗਿਆਸੂ ਇਸਤਰੀ ਹੈ ਨਾ, ਉਹ ਨਾਮਦੇਵ ਜੀਆਂ ਨੂੰ ਆ ਕੇ ਪੁੱਛਦੀ ਹੈ। ਜਗਿਆਸੂ ਉਸ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਰਸਤੇ ਦੇ ਉੱਪਰ ਚੱਲਣ ਦੀ ਲਾਲਸਾ ਹੈ, ਇੱਛਾ ਹੈ। ਪਰਮਾਤਮਾ ਨੂੰ ਮਿਲਿਆ ਤੇ ਨਹੀਂ, ਪਰ ਪਰਮਾਤਮਾ ਦੇ ਮਿਲਣ ਵਾਲੇ ਰਾਹ 'ਤੇ ਜਿਹੜਾ ਤੁਰਿਆ ਉਸ ਨੂੰ ਕਿਹਾ ਜਾਂਦਾ ਜਗਿਆਸੂ। ਮਿਲਣ ਦੀ ਇੱਛਾ ਰੱਖਦਾ, ਚੱਲਿਆ ਹੋਇਆ ਪਰ ਮੰਜ਼ਿਲ 'ਤੇ ਪਹੁੰਚਿਆ ਨਹੀਂ। ਜਿਹੜਾ ਨਹੀਂ ਪਹੁੰਚਿਆ, ਚੱਲਿਆ ਹੋਇਆ, ਉਹ ਇੱਛਾ ਰੱਖਦਾ ਤੇ ਉਹ ਪੁੱਛਦਾ ਹੈ ਵੀ ਮੰਜ਼ਿਲ 'ਤੇ ਕਿਵੇਂ ਪਹੁੰਚਿਆ ਜਾਏਗਾ। ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਇਹ ਸਿੱਖ ਹੈ, ਸਿੱਖ ਤੋਂ ਭਾਵ ਹੈ ਸਿੱਖਿਆ ਲੈਣ ਵਾਲਾ, ਜਿਹੜਾ ਸਿੱਖਦਾ ਪਿਆ ਹੈ। ਜਿਵੇਂ ਸਿੱਖਣ ਵਾਲੇ ਨੂੰ ਸਿੱਖ ਆਖਿਆ ਜਾਂਦਾ ਹੈ, ਇਸੇ ਤਰ੍ਹਾਂ ਪਰਮਾਤਮਾ ਦੀ ਪ੍ਰਾਪਤੀ ਕਰਨ ਵਾਲੇ ਨੂੰ ਜਗਿਆਸੂ ਆਖਿਆ ਜਾਂਦਾ ਹੈ। ਸਾਹਿਬ ਨਾਮਦੇਵ ਜੀ ਕਹਿਣ ਲੱਗੇ, ਕਹਿੰਦੇ ਭਾਈ ਪਾੜ ਪੜੋਸਣ ਪੂਛ ਲੈ ਨਾਮਾ। ਨਾਮਦੇਵ ਜੀਆਂ ਦੇ ਕੋਲੋਂ ਆ ਕੇ ਪਾਸ ਜੋ ਨੇੜੇ ਰਹਿਣ ਵਾਲੀ ਜਗਿਆਸੂ ਰੂਪ ਇਸਤਰੀ ਹੈ, ਇਹ ਜੀਵ ਰੂਪ ਜਿਹੜਾ ਜਗਿਆਸੂ ਹੈ ਉਹ ਆ ਕੇ ਪੁੱਛਦਾ ਹੈ, ਸਵਾਲ ਕਰਦਾ ਹੈ, ਕਾ ਪਹਿਚਾਨ ਛਵਾਈ ਹੋ। ਇਹ ਜਿਹੜੀ ਬ੍ਰਹਮ ਵਿਦਿਆ ਰੂਪੀ ਛਪਰੀ ਹੈ ਇਹ ਕਿਹਦੇ ਕੋਲੋਂ ਬਣਵਾਈ ਹੈ? ਕਿਉਂਕਿ ਬ੍ਰਹਮ ਵਿਦਿਆ ਦੀ ਦਾਤ ਕੇਵਲ ਸਤਿਗੁਰੂ ਦੇ ਸਕਦੇ ਨੇ। ਆ ਕੇ ਜਗਿਆਸੂ ਪੁੱਛਦਾ, ਕਹਿਣ ਲੱਗੇ ਨਾਮਦੇਵ ਜੀ ਇਹ ਜਿਹੜੀ ਬ੍ਰਹਮ ਵਿਦਿਆ, ਬ੍ਰਹਮ ਦਾ ਗਿਆਨ ਤੁਹਾਡੇ ਕੋਲ ਹੈ, ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ। ਇਹ ਤੁਸੀਂ ਬਚਨ ਕਰਦੇ ਹੋ ਕਿ ਉਹ ਸਾਰਿਆਂ ਥਾਵਾਂ 'ਤੇ ਪਰਮਾਤਮਾ ਹੈ। ਇਹ ਜਿਹੜਾ ਬ੍ਰਹਮ ਦਾ ਗਿਆਨ ਤੁਹਾਨੂੰ ਪ੍ਰਾਪਤ ਹੋਇਆ ਹੈ, ਇਹ ਕਿੱਥੋਂ ਪ੍ਰਾਪਤ ਹੋਇਆ? ਬ੍ਰਹਮ ਦੀ ਜਾਣਕਾਰੀ ਕਿੱਥੋਂ ਮਿਲੀ ਹੈ? ਬ੍ਰਹਮ ਦੀ ਪ੍ਰਾਪਤੀ ਵਾਲੇ ਆਪ ਜੀ ਕਿੱਥੋਂ ਬਣੇ ਹੋ? ਇਹ ਕਿਰਪਾ ਕਰਕੇ ਸਾਨੂੰ ਦੱਸਣਾ ਕਰੋ ਜੀ। ਤੋਪਹਿ ਦੁਗਣੀ ਮਜ਼ਦੂਰੀ ਦੈ ਹੋ। ਸੋ ਭਗਤ ਜੀਆਂ ਦਾ ਇਹ ਜੋ ਬਚਨ ਹੈ, ਇਹ ਜਗਿਆਸੂ ਰੂਪ ਇਸਤਰੀ ਆ ਕੇ ਬੇਨਤੀ ਕਰਦੀ ਹੈ ਕਿ ਮੈਂ ਤੁਹਾਡੇ ਨਾਲੋਂ ਦੁੱਗਣੀ ਮਜ਼ਦੂਰੀ ਜਿਹੜੀ ਹੈ, ਦੁੱਗਣੀ ਮਜ਼ਦੂਰੀ ਕੀ ਹੈ? ਗੁਰਮੁਖੋ ਦੁੱਗਣੇ ਸਾਧਨ ਕਰਨੇ, ਡਬਲ ਸਾਧਨ ਕਰਨੇ। ਮੰਨ ਲਓ ਵੀ ਤੁਸੀਂ 1 ਘੰਟਾ ਧਿਆਨ ਲਾਉਂਦੇ ਹੋ, ਜਗਿਆਸੂ ਆ ਕੇ ਆਖਦਾ ਜੀ ਮੈਂ 2 ਘੰਟੇ ਲਾਵਾਂਗਾ। ਤੁਸੀਂ 1 ਵਾਰੀ ਤੀਰਥ ਯਾਤਰਾ ਕੀਤੀ ਹੈ, ਮੈਂ 2 ਵਾਰੀ ਕਰਕੇ ਆਵਾਂਗਾ। ਤੁਸੀਂ ਆਹ ਪੁੰਨ ਦਾਨ 1 ਵਾਰੀ ਕੀਤਾ, ਮੈਂ 2 ਵਾਰੀ ਕਰਾਂਗਾ। ਜਿਹਦੀ ਲਾਲਸਾ ਪੈਦਾ ਹੋ ਜਾਂਦੀ ਹੈ ਨਾ, ਉਹ ਕੁਝ ਵੀ ਕਰਨ ਵਾਸਤੇ, ਬਹੁਤਾ ਕਰਨ ਵਾਸਤੇ ਤਿਆਰ ਹੁੰਦਾ। ਜਗਿਆਸੂ ਆ ਕੇ ਬੇਨਤੀ ਕਰਦਾ, ਨਾਮਦੇਵ ਜੀ ਅਸੀਂ ਤੁਹਾਡੇ ਨਾਲੋਂ ਵੀ ਦੁੱਗਣੀ ਮਜ਼ਦੂਰੀ ਦੇਣ ਵਾਸਤੇ ਤਿਆਰ ਹਾਂ। ਜੇ ਤੁਸੀਂ 1 ਸਾਧਨ ਕੀਤਾ ਮੈਂ 2 ਕਰਾਂਗਾ, 1 ਪੁੰਨ ਕੀਤਾ ਮੈਂ 2 ਕਰਾਂਗਾ, 1 ਦਾਨ ਕੀਤਾ ਮੈਂ 2 ਕਰਾਂਗਾ, 1 ਯਾਤਰਾ ਕੀਤੀ ਮੈਂ 2 ਕਰਾਂਗਾ।
ਜੋ ਤੁਸੀਂ ਇੱਕ ਇੱਕ ਕੰਮ ਕੀਤਾ ਮੈਂ ਦੋ ਦੋ ਕੰਮ ਕਰਨ ਨੂੰ ਵੀ ਤਿਆਰ ਹਾਂ। ਤੁਸੀਂ ਸਿੰਗਲ ਕੰਮ ਕਰਦੇ ਪਏ, ਮੈਂ ਡਬਲ ਕਰਨ ਵਾਸਤੇ ਤਿਆਰ। ਪਰ ਕਾਹਦੇ ਵਾਸਤੇ? ਮੈਨੂੰ ਉਹ ਬ੍ਰਹਮ ਵਿਦਿਆ ਨੂੰ ਦੇਣ ਵਾਲਾ ਗੁਰੂ ਕਿਵੇਂ ਪ੍ਰਾਪਤ ਹੋਵੇ, ਇਹ ਕਿਰਪਾ ਕਰਕੇ ਮੈਨੂੰ ਦੱਸਣਾ ਕਰੋ ਜੀ। ਮੋਕੋ ਬੇਡੀ ਦੇਹੋ ਬਤਾਈ ਹੋ। ਉਹ ਜਿਹੜਾ ਬੇਡੀ ਹੈ ਨਾ, ਬ੍ਰਹਮ ਸਰੋਤਰੀ ਜਿਹੜਾ ਗੁਰੂ ਹੈ, ਬ੍ਰਹਮ ਵਿਦਿਆ ਦੀ ਦੇਣ ਵਾਲਾ, ਐਸਾ ਗੁਰੂ ਮੈਨੂੰ ਕਿਵੇਂ ਪ੍ਰਾਪਤ ਹੋਵੇ, ਉਸ ਗੁਰੂ ਦੀ ਜਾਣਕਾਰੀ ਮੈਨੂੰ ਦਿਓ, ਸੋਝੀ ਦਿਓ। ਜਿਹੜਾ ਜਗਿਆਸਾ ਲੈ ਕੇ, ਇੱਛਾ ਲੈ ਕੇ ਆਇਆ ਹੈ, ਉਹ ਉਹਦੇ ਕੋਲ ਸਵਾਲ ਕਰਦਾ ਜਿਹੜਾ ਮੰਜ਼ਿਲ 'ਤੇ ਪਹੁੰਚਿਆ ਹੋਇਆ, ਅਤੇ ਸਵਾਲ ਦਾ ਜਵਾਬ ਵੀ ਉਹਦੇ ਕੋਲੋਂ ਮਿਲੇਗਾ ਜਿਹੜਾ ਪਹੁੰਚਿਆ ਹੋਇਆ। ਜਿਹੜਾ ਆਪ ਹਾਲੇ ਰਸਤੇ ਵਿੱਚ ਤੁਰਿਆ ਫਿਰਦਾ, ਉਹ ਕਿਸੇ ਨੂੰ ਕੀ ਉੱਤਰ ਦੇਵੇਗਾ? ਇੱਕ ਅਣਜਾਣ ਵਿਅਕਤੀ ਦਰਿਆ ਨੂੰ ਪਾਰ ਕਰਨਾ ਚਾਹੁੰਦਾ ਤੇ ਪੁੱਛਦਾ ਕਿਹਦੇ ਕੋਲੋਂ ਪਿਆ ਹੈ? ਜਿਹਨੇ ਦਰਿਆ ਵੇਖਿਆ ਤੇ ਹੈ ਪਰ ਦਰਿਆ ਨੂੰ ਤਰਿਆ ਨਹੀਂ। ਹੁਣ ਵੇਖਣਾ ਕੁਝ ਗੱਲ ਹੋਰ ਹੈ, ਤਰਨਾ ਗੱਲ ਹੋਰ ਹੈ, ਸੁਣਨਾ ਗੱਲ ਹੋਰ ਹੈ ਤੇ ਕਰਨਾ ਉਹ ਗੱਲ ਹੋਰ ਹੈ। ਇੱਕ ਵਿਅਕਤੀ ਚਾਹੁੰਦਾ ਹੈ ਕਿ ਮੈਂ ਦਰਿਆ ਨੂੰ ਪਾਰ ਕਰਾਂ, ਪਰ ਪੁੱਛਦਾ ਉਹਦੇ ਕੋਲੋਂ ਪਿਆ ਹੈ ਜਿਹਨੇ ਦਰਿਆ ਵੇਖਿਆ ਤੇ ਜ਼ਰੂਰ ਹੈ ਪਰ ਤਰ ਕੇ ਪਾਰ ਨਹੀਂ ਹੋਇਆ। ਤੇ ਜਿਹਨੇ ਵੇਖਿਆ ਨੂੰ ਬਾਹੋਂ ਫੜ ਕੇ ਦਰਿਆ ਪਾਰ ਕਰਾਉਣ ਵਾਲੇ ਨੂੰ ਨਾਲ ਤੇ ਲੈ ਜਾਂਦਾ ਵੀ ਚੱਲ ਤੈਨੂੰ ਪਾਰ ਕਰਵਾਵਾਂ, ਪਰ ਉਹ ਪਾਣੀ ਦੇ ਵਿੱਚ ਆਪ ਨਹੀਂ ਅੰਦਰ ਗਿਆ। ਕੰਢੇ 'ਤੇ ਖਲੋ ਕੇ, ਕਿਨਾਰੇ 'ਤੇ ਖਲੋ ਕੇ ਆਖਦਾ ਇੱਥੋਂ ਅੰਦਰ ਚਲੇ ਜਾ, ਅੱਗੋਂ ਸੱਜੇ ਹੋ ਜਾ, ਫਿਰ ਖੱਬੇ ਹੋ ਜਾ, ਇੱਧਰ ਪਾਣੀ ਡੂੰਘਾ ਹੈ, ਇੱਧਰ ਘੱਟ ਹੈ, ਤੂੰ ਇਸ ਤਰ੍ਹਾਂ ਪਾਰ ਹੋ ਸਕਦਾ। ਕੇਵਲ ਦੱਸਣਾ ਆਉਂਦਾ ਹੈ ਵੀ ਇਸ ਤਰ੍ਹਾਂ ਕਰੇਗਾ ਤੇ ਪਾਰ ਹੋਵੇਗਾ, ਪਰ ਆਪ ਨਹੀਂ ਉਹਦੇ ਵਿੱਚ ਵੜਿਆ। ਆਪ ਨਹੀਂ ਪਤਾ ਵੀ ਇਹ ਪਾਣੀ ਕਿੰਨਾ ਕੁ ਡੂੰਘਾ ਹੈ, ਕਿੰਨੀਆਂ ਕੁ ਘੁੰਮਣ ਘੇਰੀਆਂ ਨੇ, ਪਾਣੀ ਦਾ ਧੱਕਾ ਕਿੰਨਾ ਕੁ ਪਵੇਗਾ, ਨਹੀਂ ਪਤਾ ਨਹੀਂ ਹੈ, ਕੇਵਲ ਦੱਸਿਆ ਹੈ। ਇਸੇ ਤਰ੍ਹਾਂ ਸਾਡੀ ਹਾਲਤ ਹੈ। ਅਸੀਂ ਜਾ ਕੇ ਉਹਨਾਂ ਨੂੰ ਪੁੱਛਦੇ ਹਾਂ ਜਿਨ੍ਹਾਂ ਕੋਲ ਕੇਵਲ ਗੱਲਾਂ ਹੀ ਨੇ, ਪ੍ਰਾਪਤੀ ਨਹੀਂ ਹੈ, ਪਹੁੰਚੇ ਨਹੀਂ ਆ ਮੰਜ਼ਿਲ ਦੇ ਉੱਪਰ। ਉਹਨਾਂ ਪਖੰਡੀ ਸਾਧੂਆਂ ਕੋਲ, ਪਖੰਡੀ ਲੋਕਾਂ ਕੋਲ ਚਲੇ ਜਾਂਦੇ, ਜੀ ਮੈਂ ਪਰਮਾਤਮਾ ਨੂੰ ਮਿਲਣਾ ਚਾਹੁੰਦਾ। ਉਹ ਲੋਕ ਐਸੇ ਨੇ ਗ੍ਰੰਥ 'ਤੇ ਪੜ੍ਹੇ ਹੋਏ, ਕਥਾ ਕਹਾਣੀਆਂ 'ਤੇ ਉਹਨਾਂ ਨੇ ਸੁਣੀਆਂ ਹੋਈਆਂ, ਪਰ ਬਸ ਗਿਆਨ ਇੰਨਾ ਹੀ ਹੈ ਵੀ ਜਿੰਨਾ ਕੁ ਪੜ੍ਹਿਆ ਅਤੇ ਉਹਨਾਂ ਕੁ ਸੁਣਿਆ, ਆਪ ਨਹੀਂ ਉਹ ਪ੍ਰਾਪਤੀ, ਆਪ ਨਹੀਂ ਮੰਜ਼ਿਲ 'ਤੇ ਪਹੁੰਚੇ। ਜਿਵੇਂ ਦਰਿਆ ਨੂੰ ਪਾਰ ਕਰਾਉਣ ਵਾਲਾ ਆਪ ਨਹੀਂ ਪਾਣੀ ਦੇ ਅੰਦਰ ਗਿਆ, ਕਿੰਨੇ ਗੋਤੇ ਆਉਂਦੇ ਨੇ, ਪਾਣੀ ਵਿੱਚੋਂ ਬਚਣਾ ਕਿਵੇਂ ਹੈ, ਪਾਣੀ ਦੇ ਤੇਜ਼ ਵਹਾਵ ਤੋਂ ਆਪਣੇ ਆਪ ਨੂੰ ਕਿਵੇਂ ਬਚਾਉਣਾ ਹੈ, ਵਿੱਚ ਨਹੀਂ ਗਿਆ ਪਰ ਸੁਣੀਆਂ ਸੁਣਾਈਆਂ ਗੱਲਾਂ ਵੀ ਦਰਿਆ ਦੂਰੋਂ ਵੇਖਿਆ ਹੈ। ਇਸੇ ਤਰ੍ਹਾਂ ਗੁਰਮੁਖੋ ਦੁਨੀਆ ਦੇ ਪਖੰਡੀ ਜਿਹੜੇ ਲੋਕ ਨੇ ਨਾ, ਉਹਨਾਂ ਨੇ ਪਰਮਾਤਮਾ ਨੂੰ ਆਪ ਤੇ ਪਾਇਆ ਨਹੀਂ, ਕੇਵਲ ਸੁਣੀਆਂ ਗੱਲਾਂ ਸੁਣਾਉਂਦੇ, ਤੇ ਤਾਂ ਉਹ ਪੁੱਛਣ ਵਾਲੇ ਨੂੰ ਕਿਸੇ ਮੰਜ਼ਿਲ 'ਤੇ ਨਹੀਂ ਪਹੁੰਚਾ ਸਕਦੇ। ਗੁਰੂ ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਗੁਰੂ ਉਸ ਨੂੰ ਆਖਿਆ ਜਾਂਦਾ ਹੈ ਜਿਸ ਨੇ ਪਰਮਾਤਮਾ ਨੂੰ ਜਾਣਿਆ ਹੈ, ਤੇ ਜਿਹਨੇ ਜਾਣਿਆ ਹੀ ਨਹੀਂ ਉਹ ਫਿਰ ਗੁਰੂ ਕਾਹਦਾ ਹੋਇਆ, ਤੇ ਮੰਜ਼ਿਲ 'ਤੇ ਕਿਵੇਂ ਪਹੁੰਚਾਏਗਾ? ਭਗਤ ਨਾਮਦੇਵ ਜੀਆਂ ਨੂੰ ਆ ਕੇ ਕਿਸੇ ਜਗਿਆਸੂ ਨੇ ਪੁੱਛਿਆ, ਕਿਉਂਕਿ ਉਹ ਜਗਿਆਸੂ ਜਾਣਦਾ ਵੀ ਭਗਤ ਜੀ ਮੰਜ਼ਿਲ 'ਤੇ ਪਹੁੰਚੇ ਹੋਏ, ਇਹ ਪਹੁੰਚੇ ਹੋਏ ਨੇ, ਮੈਨੂੰ ਵੀ ਪਹੁੰਚਾ ਦੇਣਗੇ। ਪਾੜ ਪੜੋਸਨ ਪੂਛ ਲੈ ਨਾਮਾ ਕਾ ਪਹਿਚਾਨ ਸ਼ਿਵਾਈ ਹੋ, ਤੋ ਪੈ ਦੁਗਣੀ ਮਜ਼ਦੂਰੀ ਦਹਿਓ ਮੋਕੋ ਬੇਢੀ ਦੇਹੋ ਬਤਾਈ ਹੋ। ਜਿਹੜਾ ਬ੍ਰਹਮ ਵਿਦਿਆ ਰੂਪੀ ਛਪਰੀ ਬਣ ਦੇਵੇ, ਬ੍ਰਹਮ ਵਿਦਿਆ ਦੀ ਦਾਤ ਬਖਸ਼ਿਸ਼ ਕਰ ਦੇਵੇ, ਬ੍ਰਹਮ ਦੀ ਪ੍ਰਾਪਤੀ ਕਰਵਾ ਦੇਵੇ, ਐਸੇ ਗੁਰੂ ਦਾ ਐਡਰੈਸ ਅਤਾ ਪਤਾ ਜੋ ਹੈ ਮੈਨੂੰ ਵੀ ਦੱਸ, ਐਸੇ ਗੁਰੂ ਨੂੰ ਮੈਂ ਵੀ ਮਿਲ ਕੇ ਆਪਣਾ ਭਲਾ ਕਰ ਲਵਾਂ। ਇਸ ਤਰ੍ਹਾਂ ਕਹਿਣ ਲੱਗੇ ਜਗਿਆਸੂ ਆ ਕੇ ਨਾਮਦੇਵ ਜੀਆਂ ਨੂੰ ਬੇਨਤੀ ਕਰਦਾ ਹੈ, ਰੀ ਬਾਈ ਬੇਡੀ ਦੇ ਨ ਜਾਈ। ਰੀ ਬਾਈ, ਹੇ ਭਾਈ, ਉਹ ਜਿਹੜਾ ਗੁਰੂ ਹੈ ਨਾ, ਉਹ ਕਿਸੇ ਨੂੰ ਦਿੱਤਾ ਨਹੀਂ ਜਾ ਸਕਦਾ, ਕਿਉਂਕਿ ਗੁਰੂ ਜਿਹੜਾ ਹੈ ਉਹ ਕਿਸੇ ਦੇ ਦੁਆਰਾ ਦਿੱਤਾ ਨਹੀਂ ਜਾ ਸਕਦਾ। ਜਿੰਨਾ ਚਿਰ ਤੇਰਾ ਮਨ ਹੀ ਨਹੀਂ ਮੰਨਦਾ ਪਿਆ, ਪ੍ਰੇਰਨ ਵਾਲਾ ਪ੍ਰੇਰੀ ਜਾਏਗਾ। ਆਪਾਂ ਵੀ ਇਸੇ ਤਰ੍ਹਾਂ ਕਰਦੇ ਨਾ, ਤੁਹਾਨੂੰ ਬੱਸ ਦੇ ਵਿੱਚ ਸਫ਼ਰ ਫ੍ਰੀ ਕਰਾਵਾਂਗੇ, ਗੁਰੂ ਵਾਲੇ ਬਣ ਜਾਓ, ਅਮਰ ਦੀ ਦਾਤ ਲੈ ਲਓ, ਕਕਾਰ ਫ੍ਰੀ ਮਿਲ ਜਾਣਗੇ, ਪਰ ਉਹ ਜਿਹਨੂੰ ਅਸੀਂ ਲੈ ਕੇ ਜਾ ਰਹੇ ਹਾਂ ਉਹਦਾ ਅੰਦਰੋਂ ਮਨ ਨਹੀਂ ਮੰਨਿਆ ਹੋਇਆ, ਮਨ ਨਹੀਂ ਕਰਦਾ ਵੀ ਮੈਂ ਬਣ ਜਾਵਾਂ। ਪਰ ਕੁਝ ਫ੍ਰੀ ਦੀਆਂ ਸਹੂਲਤਾਂ ਵੇਖ ਕੇ ਚੱਲ ਪਿਆ ਵੀ ਚੱਲ ਕੋਈ ਨਹੀਂ, ਇੱਕ ਵਾਰੀ ਵੇਖ ਲੈਂਦੇ ਆ, ਜੇ ਗੱਲ ਬਣ ਗਈ ਠੀਕ ਹੈ, ਨਹੀਂ ਬਣ ਗਈ ਤੇ ਪਹਿਲਾਂ ਵਰਗੇ ਤੇ ਹਾਂ ਲੈ ਗਏ ਨਾਲ। ਪਰ ਕੁਝ ਸਮਾਂ ਚੱਲਿਆ ਤੇ ਮੁੜ ਕੇ ਛੱਡ ਕੇ ਰਸਤੇ ਵਿੱਚ ਬੈਠ ਗਿਆ। ਕਾਰਨ ਇਹ ਆ ਵੀ ਮਨ ਨਹੀਂ ਮੰਨਿਆ, ਕਿਸੇ ਨੇ ਧੱਕੋ ਜੋਰੀ ਨਾਲ ਲੈ ਕੇ ਜਾਣ ਦਾ ਯਤਨ ਕੀਤਾ ਹੈ। ਜਿਹੜਾ ਮਨ ਹੀ ਨਹੀਂ ਮੰਨਿਆ, ਧੱਕੋ ਜੋਰੀ ਯਤਨ ਕਰੇਗਾ, ਉਹ ਮੰਜ਼ਿਲ 'ਤੇ ਪ੍ਰਾਪਤ ਨਹੀਂ ਹੋਵੇਗਾ।
ਨਾਮਦੇਵ ਜੀ ਕਹਿਣ ਲੱਗੇ ਰੀ ਬਾਈ ਬੇਡੀ ਦੇਣ ਨਾ ਜਾਈ। ਉਹ ਜਿਹੜਾ ਗੁਰੂ ਰੂਪੀ ਮਿਸਤਰੀ ਹੈ ਨਾ ਭਾਈ, ਜਿਹੜਾ ਬ੍ਰਹਮ ਵਿਦਿਆ ਦੇਣ ਵਾਲਾ, ਉਹ ਕਿਸੇ ਦੇ ਕਿਹਾ ਨਹੀਂ ਗੱਲ ਬਣਨੀ ਹੈ। ਜਿੰਨਾ ਚਿਰ ਤੇਰਾ ਆਪਣਾ ਮਨ ਦਾ ਵਿਸ਼ਵਾਸ ਨਹੀਂ ਬਣਦਾ, ਤੇਰਾ ਆਪਣਾ ਭਰੋਸਾ ਨਹੀਂ ਬਣਦਾ, ਉਹਨਾਂ ਚਿਰ ਉਹ ਗੁਰੂ ਦਿੱਤਾ ਨਹੀਂ ਜਾ ਸਕਦਾ ਹੈ। ਦੇਖ ਬੇਡੀ ਰਹਿਓ ਸਮਾਈ। ਉਹ ਜਿਹੜਾ ਗੁਰੂ ਰੂਪੀ ਮਿਸਤਰੀ ਹੈ, ਜੇ ਬ੍ਰਹਮ ਦੀ ਦ੍ਰਿਸ਼ਟੀ ਨਾਲ ਦੇਖੇਗਾ ਤੇ ਉਹ ਸਾਰਿਆਂ ਥਾਵਾਂ ਤੇ ਆ, ਕਿਉਂਕਿ ਗੁਰੂ ਜਿਹੜਾ ਪਰਮੇਸ਼ਰ ਰੂਪ ਹੈ। ਜੇ ਪਰਮੇਸ਼ਰ ਸਾਰੇ ਥਾਵਾਂ ਤੇ ਵਸਿਆ ਹੋਇਆ ਤੇ ਗੁਰੂ ਵੀ ਸਾਰੇ ਥਾਵਾਂ ਤੇ ਵਸਿਆ। ਪਰ ਤੇਰੀ ਦ੍ਰਿਸ਼ਟੀ ਵਿੱਚੋਂ ਪਤਾ ਲੱਗੇਗਾ ਵੀ ਤੇਰੀ ਦ੍ਰਿਸ਼ਟੀ ਕਿਸ ਤਰ੍ਹਾਂ ਦੀ ਹੈ। ਜਿਸ ਤਰ੍ਹਾਂ ਕਿ ਭਾਈ ਕਨ੍ਹੱਈਆ ਜੀ ਨੇ, ਆਪਾਂ ਇਤਿਹਾਸ ਵਿੱਚ ਇਹ ਸਾਖੀ ਬੜੀ ਵਾਰੀ ਸਰਵਣ ਕੀਤੀ ਹੈ। ਇਹ ਬਿਰਤੀ ਬਣ ਗਈ ਭਾਈ ਕਨ੍ਹੱਈਆ ਜੀ ਦੀ, ਉਹਨਾਂ ਸਾਰਿਆਂ ਥਾਵਾਂ ਤੇ ਗੁਰੂ ਦਿਸਦਾ ਪਿਆ। ਮਹਾਰਾਜ ਕਹਿਣ ਲੱਗੇ ਗੁਰੂ ਦੇ ਕੋਲ ਜਾਣ ਦੀ ਗੱਲ ਨਹੀਂ ਹੈ ਵੀ ਗੁਰੂ ਕਿਵੇਂ ਮਿਲੇ। ਜੇ ਗੁਰੂ ਦਾ ਉਪਦੇਸ਼ ਕਮਾਵੇਂਗਾ ਤੇਰੀ ਦ੍ਰਿਸ਼ਟੀ ਸਮ ਹੋ ਜਾਵੇਗੀ, ਬਰਾਬਰ ਹੋ ਜਾਵੇਗੀ। ਉਹ ਗੁਰੂ ਤੈਨੂੰ ਸਾਰਿਆਂ ਥਾਵਾਂ ਤੇ ਬਿਰਾਜਿਆ ਹੋਇਆ ਦਿਖਾਈ ਦੇਵੇਗਾ, ਸਾਰਿਆਂ ਥਾਵਾਂ ਤੇ ਬੈਠਾ ਹੋਇਆ ਦਿਖਾਈ ਦੇਵੇਗਾ। ਦੇਖ ਬਿਡ ਹੀ ਰਹਿਓ ਸਮਾਈ। ਵੇਖ ਉਹ ਗੁਰੂ ਰੂਪੀ ਮਿਸਤਰੀ ਜਿਹੜਾ ਹੈ ਉਹ ਸਾਰਿਆਂ ਥਾਵਾਂ ਤੇ ਸਮਾਇਆ ਹੋਇਆ, ਸਾਰਿਆਂ ਥਾਵਾਂ ਤੇ ਮਿਲਿਆ ਹੋਇਆ। ਤੈਨੂੰ ਇਸ ਤਰ੍ਹਾਂ ਦਿਸੇਗਾ ਜਿਵੇਂ ਭਾਈ ਕਨ੍ਹੱਈਆ ਜੀ ਨੂੰ ਦਿਸਿਆ ਹੈ। ਇਹ ਬਚਨ ਕਿਹਨਾਂ ਨੇ ਕੀਤੇ? ਜਿਨ੍ਹਾਂ ਨੇ ਆਖਿਆ ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਇਹ ਬਚਨ ਉਹਨਾਂ ਦੇ ਨੇ ਜਿਨ੍ਹਾਂ ਨੇ ਸਾਰਿਆਂ ਥਾਵਾਂ ਤੇ ਗੁਰੂ ਨੂੰ, ਪਰਮਾਤਮਾ ਨੂੰ ਵੇਖਿਆ। ਜਿਹਨੇ ਖੁਦ ਵੇਖਿਆ ਉਹ ਇਹ ਬਚਨ ਕਰਦੇ ਪਏ ਵੀ ਉਹ ਗੁਰੂ ਰੂਪੀ ਮਿਸਤਰੀ ਤੇ ਭਾਈ ਸਾਰਿਆਂ ਥਾਵਾਂ ਤੇ ਸੁਭਾਏਮਾਨ ਹੈ। ਹਮਾਰਾ ਬੇਡੀ ਪ੍ਰਾਨ ਆਧਾਰਾ। ਉਹ ਜਿਹੜਾ ਸਾਡਾ ਗੁਰੂ ਹੈ ਨਾ ਭਾਈ, ਬ੍ਰਹਮ ਸਰੋਤਰੀ ਗੁਰੂ, ਉਹ ਸਾਡੇ ਪ੍ਰਾਣਾਂ ਦਾ ਆਸਰਾ ਹੈ, ਸਾਡੀ ਜਿੰਦ ਜਾਨ ਦਾ ਆਸਰਾ ਹੈ। ਸਾਡੀ ਜਿੰਦ ਉਹਨਾਂ ਚਿਰ ਹੀ ਹੈ, ਸਾਡੇ ਸਰੀਰ ਆਸਰਾ ਉਹਨਾਂ ਚਿਰ ਹੀ ਨੇ ਜਿੰਨਾ ਚਿਰ ਗੁਰੂ ਦਾ ਆਸਰਾ ਸਾਡੇ ਕੋਲ ਹੈ। ਪਰ ਇਹ ਗੁਰਮੁਖਾਂ ਦੀ ਅਵਸਥਾ ਹੈ। ਗੁਰਮੁਖ ਜਿਹੜੇ ਨੇ ਉਹ ਗੁਰੂ ਦੇ ਦਿਦਾਰੇ ਬਿਨਾਂ ਰਹਿ ਨਹੀਂ ਸਕਦੇ। ਆਪਾਂ ਬਚਨ ਪੜ੍ਹਦੇ ਹਾਂ, ਧੰਨ ਨੇ ਮਾਤਾ ਸਾਹਿਬ ਕੌਰ ਦੀ। ਧੰਨ 10ਵੇਂ ਪਾਤਸ਼ਾਹ ਮਹਾਰਾਜ ਜੀਆਂ ਨੂੰ ਬੇਨਤੀ ਕੀਤੀ, ਪਾਤਸ਼ਾਹ ਜੀ ਅਸੀਂ ਤੇ ਆਪ ਜੀਆਂ ਦਾ ਰੋਜ਼ ਦਿਦਾਰਾ ਪ੍ਰਾਪਤ ਕਰਦੇ ਹਾਂ, ਰੋਜ਼ ਦਰਸ਼ਨ ਕਰਦੇ, ਫਿਰ ਅੰਨ ਜਿਹੜਾ ਮੂੰਹ ਦੇ ਵਿੱਚ ਪਾਉਂਦੇ ਆ। ਮਾਤਾ ਸਾਹਿਬ ਜੀ ਰਹਿੰਦੇ ਨਾ ਸਤਿਗੁਰਾਂ ਦੇ ਕੋਲ ਹਜ਼ੂਰ ਸਾਹਿਬ ਦੀ ਧਰਤੀ ਤੇ। ਤੇ ਜਦੋਂ ਸਤਿਗੁਰੂ ਪਾਤਸ਼ਾਹ ਜੀਆਂ ਦੇ ਸੱਚਖੰਡ ਜਾਣ ਦਾ ਸਮਾਂ ਹੋਇਆ, ਉਸ ਵੇਲੇ ਮਾਤਾ ਸਾਹਿਬ ਕੌਰ ਜੀਆਂ ਨੂੰ ਬਚਨ ਹੋਏ ਤੁਸੀਂ ਚਲੇ ਜਾਓ ਵਾਪਸ। ਸੋ ਅਸੀਂ ਅੱਗੇ ਇਸ ਤਰ੍ਹਾਂ ਦੇ ਹੋਰ ਕਈ ਕਾਰਜ ਕਰਨੇ। ਤੇ ਮਾਤਾ ਸਾਹਿਬ ਕੌਰ ਜੀ ਕਹਿਣ ਲੱਗੇ ਸਤਿਗੁਰੂ ਅਸੀਂ ਤੁਹਾਡਾ ਦਿਦਾਰਾ ਕਰਕੇ, ਦਰਸ਼ਨ ਕਰਕੇ ਫਿਰ ਜਲ ਪਾਣੀ ਛਕਦੇ ਹਾਂ, ਅੰਨ ਮੂੰਹ ਦੇ ਵਿੱਚ ਪਾਉਂਦੇ। ਆਪ ਜੀ ਸਾਨੂੰ ਵਾਪਸ ਮੋੜਨ ਲੱਗੇ ਹੋ, ਫਿਰ ਅਸੀਂ ਇਹ ਜਲ ਪਾਣੀ ਛਕਣ ਤੋਂ ਪਹਿਲਾਂ ਆਪ ਜੀਆਂ ਦੇ ਦਰਸ਼ਨ ਕਿਵੇਂ ਕਰਿਆ ਕਰਾਂਗੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਉਸ ਵੇਲੇ ਸ਼ਸਤਰ ਬਖਸ਼ਿਸ਼ ਕੀਤੇ। ਕਹਿਣ ਲੱਗੇ ਜਦੋਂ ਅਰਦਾਸ ਬੇਨਤੀ ਕਰੋਗੇ ਨਾ ਸ਼ਸਤਰਾਂ ਦੇ ਵਿੱਚੋਂ ਅਸੀਂ ਆਪ ਜੀਆਂ ਨੂੰ ਦਰਸ਼ਨ ਬਖਸ਼ਿਸ਼ ਕਰਾਂਗੇ। ਇਹ ਬਚਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਮਾਤਾ ਸਾਹਿਬ ਕੌਰ ਜੀਆਂ ਨੂੰ ਹੋਏ। ਧੰਨ ਮਾਤਾ ਸਾਹਿਬ ਕੌਰ ਜੀ ਉਸ ਵੇਲੇ ਦਿੱਲੀ ਦੀ ਧਰਤੀ ਵਿਖੇ ਗੁਰਮੁਖੋ ਰਹਿੰਦੇ, ਔਰ ਇੱਥੇ ਹੀ ਉਹਨਾਂ ਨੇ ਆਪਣਾ ਪੰਜ ਭੌਤਿਕ ਜਿਹੜਾ ਸਰੀਰ ਹੈ ਉਹ ਤਿਆਗਿਆ ਹੈ। ਪਰ ਕਹਿਣ ਲੱਗੇ ਜਿੰਨਾ ਚਿਰ ਉਮਰਾਂ ਰਹੀ ਨਾ ਸਰੀਰ ਕਰਕੇ, ਉਹਨਾਂ ਚਿਰ ਧੰਨ 10ਵੇਂ ਗੁਰੂ ਦੇ ਦਰਸ਼ਨ ਨੇਮ ਦੇ ਨਾਲ, ਮਰਿਆਦਾ ਦੇ ਨਾਲ ਹਰ ਵੇਲੇ ਕਰਦੇ। ਸੋ ਗੁਰਮੁਖੋ ਇਹ ਜਿਨ੍ਹਾਂ ਦੀ ਭਾਵਨਾ ਬਣੀ ਹੈ ਨਾ, ਉਹਨਾਂ ਨੂੰ ਐਸੇ ਦਰਸ਼ਨ ਹਰ ਵੇਲੇ ਪ੍ਰਾਪਤ ਹੁੰਦੇ, ਕਿਉਂਕਿ ਹਮਾਰਾ ਬੇਡੀ ਪ੍ਰਾਨ ਆਧਾਰਾ। ਉਹਨਾਂ ਨੇ ਗੁਰੂ ਨੂੰ ਪ੍ਰਾਣਾਂ ਦਾ ਆਸਰਾ ਬਣਾ ਲਿਆ ਵੀ ਤੁਹਾਡੇ ਬਿਨਾਂ ਤੇ ਪ੍ਰਾਣ ਹੈ ਹੀ ਨਹੀਂ, ਜਿੰਦ ਜਾਨ ਹੈ ਹੀ ਨਹੀਂ, ਤੁਹਾਡੇ ਬਿਨਾਂ ਤੇ ਮੈਂ ਹੈ ਹੀ ਨਹੀਂ, ਤੁਹਾਡੇ ਆਸਰੇ ਦੇ ਨਾਲ ਮੇਰਾ ਜਿਉਣਾ ਹੈ। ਜਿਹੜੇ ਇਸ ਤਰ੍ਹਾਂ ਬੇਨਤੀਆਂ ਕਰਦੇ ਮਾਤਾ ਸਾਹਿਬ ਕੌਰ ਦੀਆਂ ਦੇ ਵਾਂਗ, ਕਹਿਣ ਲੱਗੇ ਫਿਰ ਗੁਰੂ ਉਹਨਾਂ ਨੂੰ ਹਰ ਵੇਲੇ ਹਰ ਥਾਂ ਤੇ ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰਦੇ ਹਨ। ਰਹਾਓ ਬੇਡੀ ਪ੍ਰੀਤ ਮਜ਼ਦੂਰੀ ਮੰਗੇ। ਜੋ ਗੁਰੂ ਰੂਪੀ ਬੇਡੀ ਹੈ ਨਾ ਮਿਸਤਰੀ, ਇਹ ਭਾਈ ਪ੍ਰੇਮ ਦੀ ਮਜ਼ਦੂਰੀ ਮੰਗਦੇ ਸਤਿਗੁਰੂ ਪਾਤਸ਼ਾਹ ਜੀ ਕਿ ਕਿਹੜਾ ਕਿੰਨਾ ਪ੍ਰੇਮ ਕਰਦਾ ਹੈ। ਸੇਵਕ ਸਿੱਖ ਪੂਜਨ ਸਭ ਆਵੇ। ਹੁਣ ਗੁਰੂ ਦੇ ਕੋਲ ਤੇ ਹਜ਼ਾਰਾਂ ਸੰਗਤਾਂ ਆਉਂਦੀਆਂ। ਅਨੰਦਪੁਰ ਸਾਹਿਬ ਦੇ ਵਿੱਚ ਹੋਲਾ ਮਹੱਲਾ ਮਨਾਇਆ ਜਾਂਦਾ, ਵਿਸਾਖੀ ਮਨਾਈ ਜਾਂਦੀ, ਦੀਵਾਲੀ ਮਨਾਈ ਜਾਂਦੀ, ਬੇਅੰਤ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਆਉਂਦੀਆਂ। ਆਉਂਦੇ ਤੇ ਬੜੇ ਨੇ, ਪਰ ਗੁਰੂ ਪ੍ਰੇਮ ਵੇਖਦਾ ਹੈ।
ਧੰਨ 10ਵੇਂ ਗੁਰੂ ਮਹਾਰਾਜ ਦੀਆਂ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਅੰਮ੍ਰਿਤ ਦਾ ਬਾਟਾ ਜਿਸ ਵੇਲੇ ਤਿਆਰ ਕਰਨ ਲੱਗੇ, ਖਾਲਸੇ ਦੀ 5 ਸਿੰਘਾਂ ਦੀ 5 ਪਿਆਰਿਆਂ ਦੀ ਚੋਣ ਕੀਤੀ ਮਹਾਰਾਜ ਦੀਆਂ ਨੇ। ਗੁਰਮੁਖੋ ਉਸ ਵੇਲੇ ਸੰਗਤਾਂ ਦਾ ਇਕੱਠ ਤੇ ਬੜਾ ਵੱਡਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਹੋਈਆਂ। ਪਰ ਪ੍ਰਵਾਨ ਉਹ ਹੋਣਗੇ ਜਿਨ੍ਹਾਂ ਦੇ ਮਨ ਵਿੱਚ ਪ੍ਰੀਤੀ ਹੈ, ਪ੍ਰੇਮ ਹੈ। ਮਹਾਰਾਜ ਕਹਿਣ ਲੱਗੇ ਬੇਢੀ ਪ੍ਰੀਤ ਮਜ਼ਦੂਰੀ ਮੰਗੈ। ਉਹ ਗੁਰੂ ਰੂਪੀ ਮਿਸਤਰੀ ਤੇ ਭਾਈ ਪ੍ਰੇਮ ਦੀ ਮਜ਼ਦੂਰੀ ਦੇਖਦਾ ਵੀ ਤੇਰੇ ਮਨ ਵਿੱਚ ਪ੍ਰੇਮ ਕਿੰਨਾ ਕੁ ਹੈ, ਭਾਵਨਾ ਕਿੰਨੀ ਕੁ ਹੈ, ਸ਼ਰਧਾ ਕਿੰਨੀ ਕੁ ਹੈ। ਭਾਵਨਾ ਤੇ ਸ਼ਰਧਾ ਨੂੰ ਫਲ ਲੱਗਣਾ ਹੈ। ਜਿਹਦੇ ਮਨ ਵਿੱਚ ਜੈਸੀ ਭਾਵਨਾ ਉਹਨੂੰ ਉਸ ਤਰ੍ਹਾਂ ਦਾ ਫਲ ਮਿਲ ਜਾਂਦਾ ਹੈ। ਸੇਵਕ ਸਿੱਖ ਪੂਜਨ ਸਭ ਆਵੈ, ਸਭ ਗਾਵੈ ਹਰ ਹਰ ਊਤਮ ਬਾਣੀ। ਬਾਣੀ ਦਾ ਪਾਠ ਤੇ ਸਾਰੇ ਹੀ ਕਰਦੇ, ਕੋਈ ਕਿਸੇ ਕਾਮਨਾ ਨਾਲ, ਕੋਈ ਕਿਸੇ ਭਾਵਨਾ ਨਾਲ। ਪਰ ਮਹਾਰਾਜ ਕਹਿਣ ਲੱਗੇ ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੇ। ਗਾਇਆ ਹੋਇਆ ਸੁਣਿਆ ਹੋਇਆ ਥਾਏ ਤਾਂ ਪੈਂਦਾ ਜਿਹਨੇ ਗੁਰੂ ਦੀ ਆਗਿਆ ਸਤ ਕਰਕੇ ਮੰਨੀ ਹੈ। ਗੁਰੂ ਦੀ ਆਗਿਆ ਸਤ ਕਰਕੇ ਮੰਨੇਗਾ ਵੀ ਉਹ ਜਿਹਦੇ ਮਨ ਵਿੱਚ ਪ੍ਰੀਤੀ ਹੈ, ਜਿਹਦੇ ਮਨ ਵਿੱਚ ਭਾਵਨਾ ਹੈ, ਉਹ ਪਿੱਛੇ ਮੁੜ ਕੇ ਨਹੀਂ ਵੇਖੇਗਾ। ਉਹ ਤੇ ਫਿਰ ਅੱਗੇ ਨੂੰ ਚੱਲੇਗਾ ਨਾ ਵੀ ਗੁਰੂ ਦਾ ਹੁਕਮ ਕਮਾਉਣਾ, ਜੋ ਹੁੰਦਾ ਹੋ ਜਾਵੇ। ਪਰ ਜਿਹੜਾ ਸ਼ਰਧਾ ਤੋਂ ਹੀਣਾ ਹੋਵੇਗਾ ਉਹ ਪਿੱਛੇ ਮੁੜ ਕੇ ਜ਼ਰੂਰ ਵੇਖੇਗਾ ਵੀ ਜੇ ਇਸ ਪਾਸੇ ਨੂੰ ਤੁਰਾਂ ਤੇ ਹੋ ਸਕਦਾ, ਬਚ ਸਕਦਾ। ਸਾਡੇ ਸਾਹਮਣੇ ਦੁਨੀ ਚੰਦ ਮਸੰਦ ਦੀ ਸਾਖੀ ਹੈ ਨਾ। ਹੁਣ ਜੇ ਤੇ ਹੋਵੇ ਸ਼ਰਧਾ ਤੇ ਮਹਾਰਾਜ ਕਹਿੰਦੇ ਹਾਥੀ ਨਾਲ ਲੜ ਤੇ ਤੁਰ ਪੈਂਦਾ ਵੀ ਠੀਕ ਹੈ, ਗੁਰੂ ਨੇ ਆਖਿਆ। ਪਰ ਜਦੋਂ ਸ਼ਰਧਾ ਘਟ ਗਈ ਨਾ, ਉਦੋਂ ਪਿੱਛੇ ਨੂੰ ਮੁੜਿਆ, ਕਹਿਣ ਲੱਗਾ ਜੇ ਅੱਗੇ ਨੂੰ ਜਾਣ ਦੀ ਬਜਾਏ ਪਿੱਛੇ ਨੂੰ ਨਿਕਲ ਜਾਵਾਂ, ਭੱਜ ਜਾਵਾਂ ਤੇ ਜਾਨ ਬਚੇਗੀ। ਇਹ ਗੁਰਮੁਖੋ ਸਾਖੀਆਂ ਜਿਹੜੀਆਂ ਨੇ ਬੜੀਆਂ ਲੰਮੇਰੀਆਂ ਨੇ, ਪਰ ਸਾਨੂੰ ਇਹ ਸਿੱਖਿਆ ਦਿੰਦੀਆਂ ਜਿਨ੍ਹਾਂ ਦੇ ਮਨ ਦੇ ਵਿੱਚ ਪ੍ਰੇਮ ਹੈ ਉਹ ਗੁਰੂ ਦਾ ਬਚਨ ਮੰਨ ਕੇ ਅੱਗੇ ਨੂੰ ਜਾਂਦੇ ਨੇ ਜੀਵਨ ਸਫਲਾ ਕਰਨ ਵਾਸਤੇ। ਤੇ ਜਿਨ੍ਹਾਂ ਦੇ ਮਨ ਵਿੱਚ ਪ੍ਰੇਮ ਨਹੀਂ, ਸ਼ਰਧਾ ਨਹੀਂ, ਉਹ ਪਿੱਛੇ ਨੂੰ ਮੁੜਦੇ ਵੀ ਇੱਧਰੋਂ ਵੀ ਸ਼ਾਇਦ ਹੋ ਸਕਦਾ ਕੁਝ ਮਿਲ ਜਾਵੇ, ਬਣ ਜਾਵੇ। ਮਹਾਰਾਜ ਕਹਿਣ ਲੱਗੇ ਬੇਢੀ ਪ੍ਰੀਤ ਮਜ਼ਦੂਰੀ ਮੰਗੈ। ਗੁਰੂ ਰੂਪੀ ਮਿਸਤਰੀ ਤੇ ਪ੍ਰੇਮ ਵੇਖਦਾ ਵੀ ਤੇਰੇ ਮਨ ਵਿੱਚ ਕਿੰਨਾ ਹੋਊ। ਇਹ ਨਹੀਂ ਵੇਖਦਾ ਵੀ ਤੇਰੇ ਕੋਲ ਮਾਇਆ ਕਿੰਨੀ ਹੈ, ਧਨ ਕਿੰਨਾ, ਤੂੰ ਕੱਪੜੇ ਕਿਹੋ ਜਿਹੇ ਪਾਏ, ਤੂੰ ਕਿਹੋ ਜਿਹੀ ਗੱਡੀ ਤੇ ਚੜ੍ਹ ਕੇ ਆਇਆ, ਤੂੰ ਕਿਹੋ ਜਿਹਾ ਘਰ ਬਣਾਇਆ ਜਿੱਥੇ ਗੁਰੂ ਦੇ ਚਰਨ ਪਵਾਉਣ ਵਾਸਤੇ ਲੈ ਗਿਆ। ਨਹੀਂ, ਉਹ ਤੇ ਪ੍ਰੇਮ ਵੇਖਦਾ ਵੀ ਕਿੰਨਾ ਕੁ ਹੈ। ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਦਿੱਲੀ ਦੀ ਧਰਤੀ ਤੇ ਦਰਸ਼ਨ ਦੇਣ ਵਾਸਤੇ ਗਏ। ਇੱਥੇ ਇੱਕ ਘਾਈ ਰਹਿੰਦਾ, ਗਰੀਬ ਮਜ਼ਦੂਰ ਵਿਚਾਰਾ, ਮੈਲੇ ਕੁਚੈਲੇ ਕੱਪੜੇ, ਖਾਣ ਵਾਸਤੇ ਭੋਜਨ ਵੀ ਕੋਲ ਨਹੀਂ ਹੈ। 1 ਟਕਾ ਵਿਚਾਰੇ ਨੇ ਪਤਾ ਨਹੀਂ ਕਿਵੇਂ ਘਾਹ ਵੇਚ ਕੇ, ਮਜ਼ਦੂਰੀ ਕਰਕੇ, ਲੋਕਾਂ ਦੇ ਘਰਾਂ ਵਿੱਚ ਨੌਕਰੀ ਕਰਕੇ 1 ਟਕਾ ਕਿਤੇ ਕਮਾ ਕੇ ਜੇਬ ਵਿੱਚ ਪਾ ਕੇ ਰੱਖ ਛੱਡਿਆ ਵੀ ਗੁਰੂ ਦੇ ਦਰਸ਼ਨ ਖਾਲੀ ਹੱਥੀਂ ਨਹੀਂ ਕਰਨੇ। ਤੇ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਪਹੁੰਚੇ, ਹੁਣ ਸਾਖੀਆਂ ਤੇ ਆਪਾਂ ਇਹ ਸਰਵਣ ਕੀਤੀਆਂ, ਵਾਰ-ਵਾਰ ਸਾਖੀ ਉਹੀ ਕਹਿਣ ਨੂੰ ਮਨ ਨਹੀਂ ਕਰਦਾ। ਪਰ ਜਦੋਂ ਟਕਾ ਲਿਆ ਕੇ ਰੱਖਿਆ ਨਾ, ਤੇ ਜਹਾਂਗੀਰ ਬਾਦਸ਼ਾਹ ਵਰਗੇ ਵੀ ਉਹਲੇ ਖੜ ਕੇ ਵੇਖਦੇ ਪਏ ਤੰਬੂ ਦੇ ਵੀ 1 ਟਕੇ ਦੇ ਬਦਲੇ ਗੁਰੂ ਇਸ ਨੂੰ ਕੀ ਦਿੰਦਾ ਹੈ। ਅਸੀਂ ਦੁਨੀਆ ਦਾ ਪ੍ਰੇਮ ਜਿਹੜਾ ਨਾ ਪੈਸੇ ਨਾਲ ਤੋਲਦੇ। ਜੇ ਸਾਡੇ ਘਰੇ ਕੋਈ ਰਿਸ਼ਤੇਦਾਰ ਆਇਆ, ਜਿਹੜਾ ਨੇੜੇ ਦਾ ਉਹ ਸਾਨੂੰ ਵੱਡਾ ਨੋਟ ਦਿੰਦਾ, ਜਿਹੜਾ ਦੂਰ ਦਾ ਉਹ ਛੋਟਾ ਦੇ ਦਿੰਦਾ। ਅਸੀਂ ਦੁਨੀਆ ਦੇ ਪਿਆਰ ਨੂੰ ਪੈਸੇ ਨਾਲ ਤੋਲਦੇ ਹਾਂ ਵੀ ਇਹ ਕਿੰਨਾ ਕੁ ਪਿਆਰ ਕਰਦਾ। ਹੁਣ ਬਿਰਤੀ ਵੀ ਸਾਡੀ ਉਹੋ ਜਿਹੀ। ਜਹਾਂਗੀਰ ਵੀ ਸੋਚਦਾ ਪਿਆ ਵੀ 1 ਟਕੇ ਦੇ ਬਦਲੇ ਗੁਰੂ ਕੀ ਦੇਵੇਗਾ। ਤੇ ਮਹਾਰਾਜ ਨੇ ਆਖਿਆ ਸਿੱਖਾ ਕੀ ਭਾਵਨਾ। ਕਹਿਣ ਲੱਗਾ ਮਹਾਰਾਜ ਜਮ ਨਾ ਮੈਨੂੰ ਦਿਸਣ, ਜਦੋਂ ਮੈਂ ਸਰੀਰ ਛੱਡਾਂ ਜਮਾਂ ਦੇ ਹਵਾਲੇ ਨਾ ਪਵਾਂ, ਜਮਾਂ ਤੋਂ ਬਚ ਜਾਵਾਂ, ਮੇਰੇ ਤੇ ਇਹ ਕਿਰਪਾ ਕਰ ਦਿਓ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸੁਣੇ ਨਾ ਬਚਨ, ਕਹਿਣ ਲੱਗੇ ਭਾਈ ਜਮ ਤੂੰ ਤੇ ਕੀ ਵੇਖਣੇ, ਤੇਰਾ ਜਿੰਨਾ ਖਾਨਦਾਨ ਹੈ ਨਾ, ਜਿੰਨੇ ਤੇਰੇ ਪਰਿਵਾਰ ਦੇ ਮੈਂਬਰ ਨੇ, ਕਿਸੇ ਨੂੰ ਵੀ ਜਮ ਦਿਖਾਈ ਨਹੀਂ ਦੇਣਗੇ। ਸਾਰੇ ਦੇ ਸਾਰੇ ਮੁਕਤੀ ਦੀ ਦਾਤ ਮਹਾਰਾਜ ਨੇ ਬਖਸ਼ਿਸ਼ ਕਰਕੇ ਮੁਕਤ ਕਰ ਦਿੱਤੇ। ਲੋਕ ਸੁਖੀਏ ਪਰਲੋਕ ਸਹੇਲੇ, ਐਸ ਲੋਕ ਦਾ ਸੁਖ ਤੇ ਪਰਲੋਕ ਦਾ ਸੁਖ ਬਖਸ਼ਿਆ। ਤੂੰ ਵੀ ਮੁਕਤ ਹੋ ਗਿਆ ਸਿੱਖਾ, ਤੇ ਤੇਰੇ ਪਰਿਵਾਰ ਦੇ ਮੈਂਬਰ ਸਾਰੇ ਮੁਕਤੀ ਨੂੰ ਪ੍ਰਾਪਤ ਹੋ ਗਏ। ਜਦੋਂ ਇਹ ਬਚਨ ਕੀਤੇ ਤੇ ਜਹਾਂਗੀਰ ਬੜਾ ਹੈਰਾਨ ਹੋ ਕੇ ਮਹਾਰਾਜ ਨੂੰ ਆਖਦਾ, ਕਹਿਣ ਲੱਗਾ ਪਾਤਸ਼ਾਹ 1 ਟਕੇ ਦੇ ਬਦਲੇ ਮੁਕਤੀ ਲੈਣ ਵਾਸਤੇ ਤੇ ਸਾਰਾ ਜਨਮ ਲੱਗ ਜਾਂਦਾ। ਇੱਕ ਨਹੀਂ ਕਈ ਜਨਮ ਲੱਗ ਜਾਂਦੇ ਬੰਦਗੀ ਕਰਦਿਆਂ, ਤਪ ਕਰਦਿਆਂ। ਤੇ ਫਿਰ ਵੀ ਵੱਡੇ ਵੱਡੇ ਜੋਗੀਸ਼ਰ ਜਿਹੜੇ ਨੇ, ਮੁਨੀਸ਼ਰ ਜਿਹੜੇ ਨੇ, ਉਹਨਾਂ ਨੂੰ ਮੁਕਤੀ ਫਿਰ ਵੀ ਨਹੀਂ ਮਿਲਦੀ ਹੈ। ਪਤਾ ਨਹੀਂ ਕਿੱਥੇ ਜਾ ਕੇ ਮਨ ਅਟਕ ਜਾਣਾ ਹੈ। ਬੰਦਾ ਸਿੰਘ ਬਹਾਦਰ ਦਾ ਗੁਰੂ ਹੈ ਨਾ, ਇਤਿਹਾਸ ਵਿੱਚ ਸਾਖੀ ਆਪਾਂ ਸਰਵਣ ਕੀਤੀ ਵੀ ਸਾਰੀ ਉਮਰ ਜੋਗੀ ਬਣਿਆ ਰਿਹਾ, ਘਰ ਛੱਡ ਕੇ ਤੁਰਿਆ ਫਿਰਿਆ।
ਮਰਨ ਵੇਲੇ ਧਿਆਨ ਚਲਾ ਗਿਆ ਅਮਰੂਦ ਦੇ ਵਿੱਚ ਵੀ, ਇਹ ਅਮਰੂਦ ਦਾ ਫਲ ਮੈਂ ਖਾਣਾ ਪਰ ਖਾ ਨਹੀਂ ਸਕਿਆ, ਹੁਣ ਮਰ ਚੱਲਿਆ। ਤੇ ਮੁਕਤ ਤੇ ਨਹੀਂ ਨਾ ਹੋਇਆ, ਅਮਰੂਦ ਵਿੱਚ ਕੀੜਾ ਬਣ ਕੇ ਬੈਠਾ। ਭਾਵ ਇਹ ਹੈ ਵੱਡੇ ਵੱਡੇ ਜੋਗੀ ਮੁਨੀਸ਼ਰ ਨੇ, ਜੋਗੀਸ਼ਰ ਨੇ ਜਟਾ ਰੱਖੀਆਂ, ਸਾਰੀ ਉਮਰ ਜੰਗਲਾਂ ਵਿੱਚ ਕੱਢ ਦਿੱਤੀ, ਪਰ ਗਰੰਟੀ ਵਾਰੰਟੀ ਕੋਈ ਨਹੀਂ ਹੈ ਵੀ ਇਹ ਮੁਕਤ ਹੋ ਜਾਣਗੇ। ਕੋਈ ਪਤਾ ਨਹੀਂ ਕਿੱਥੇ ਮਨ ਖੜ ਜਾਣਾ, ਕਿੱਧਰ ਨੂੰ ਚਲੇ ਜਾਣਾ, ਕਿੱਧਰ ਨੂੰ ਜਨਮ ਮਿਲ ਜਾਣਗੇ। ਜਹਾਂਗੀਰ ਬਾਦਸ਼ਾਹ ਆਖਦਾ ਮਹਾਰਾਜ 1% ਤੇ ਮੁਕਤੀ ਸਾਰੇ ਪਰਿਵਾਰ ਦੀ, ਜਿਹੜੀ ਮੁਕਤੀ ਵੱਡੇ ਵੱਡੇ ਜੋਗੀਆਂ ਰਖੀਆਂ ਨੂੰ ਪ੍ਰਾਪਤ ਨਹੀਂ ਹੋਈ ਹੈ। ਸਤਿਗੁਰੂ ਕਹਿਣ ਲੱਗੇ ਜਹਾਂਗੀਰ ਬਾਦਸ਼ਾਹ ਟਕਾ ਨਾ ਵੇਖ, ਟਕਾ ਦੇਣ ਵਾਲੇ ਦੀ ਭਾਵਨਾ ਵੇਖ, ਉਹਦੀ ਸ਼ਰਧਾ ਵੇਖ, ਉਹਦਾ ਪ੍ਰੇਮ ਵੇਖ, ਤਾਂ ਗੱਲ ਬਣਦੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬੇਢੀ ਪ੍ਰੀਤ ਮਜ਼ਦੂਰੀ ਮੰਗੈ। ਉਹ ਗੁਰੂ ਰੂਪੀ ਜਿਹੜਾ ਬੇਢੀ ਮਿਸਤਰੀ ਹੈ ਨਾ ਗੁਰਮੁਖੋ, ਉਹ ਤੇਰੇ ਮਨ ਦੀ ਪ੍ਰੀਤ, ਮਨ ਦਾ ਪ੍ਰੇਮ, ਇਹ ਮਜ਼ਦੂਰੀ ਮੰਗਦਾ ਵੀ ਤੇਰੇ ਮਨ ਵਿੱਚ ਕੀ ਹੈ। ਜੇ ਮਨ ਵਿੱਚ ਕਪਟ ਹੈ ਨਾ, ਛਲ, ਧੋਖਾ, ਫਰੇਬ, ਤੇ ਮਹਾਰਾਜ ਕਹਿਣ ਲੱਗੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਉਹ ਕੱਚਾ ਹੈ, ਮਨ ਵਿੱਚ ਕੁਝ ਹੋਰ ਵਲ ਛਲ, ਮੂੰਹ ਵਿੱਚ ਕੁਝ ਹੋਰ ਮਿੱਠੀਆਂ ਗੱਲਾਂ, ਉਹ ਪ੍ਰਵਾਨ ਨਹੀਂ ਹੈ। ਪ੍ਰਵਾਨ ਉਹ ਹੈ ਜਿਹਦੇ ਮਨ ਦੇ ਵਿੱਚ ਪ੍ਰੀਤੀ ਪ੍ਰੇਮ ਹੈ। ਜੋ ਕੋ ਸ਼ਾਨ ਛਵਾਵੇ ਹੋ, ਜੇ ਕੋਈ ਇਹ ਛੰਨ ਬੰਨਣੀ ਚਾਹੁੰਦਾ ਹੈ ਨਾ, ਬ੍ਰਹਮ ਵਿਦਿਆ ਰੂਪੀ ਛੰਨ ਕੋਈ ਬੰਨਣੀ ਚਾਹੁੰਦਾ ਹੈ, ਬ੍ਰਹਮ ਵਿਦਿਆ ਨੂੰ ਪ੍ਰਾਪਤ ਕਰਨਾ ਚਾਹੁੰਦਾ ਗੁਰਮੁਖਾ, ਤੇ ਤੈਨੂੰ ਪ੍ਰੀਤੀ ਕਰਨੀ ਪਵੇਗੀ, ਪ੍ਰੇਮ ਕਰਨਾ ਪਵੇਗਾ, ਤਾਂ ਇਹ ਬ੍ਰਹਮ ਦੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ। ਲੋਗ ਕੁਟੰਬ ਸਭੂ ਤੇ ਤੋਰਾ। ਇਹ ਜੇ ਗੁਰੂ ਨਾਲ ਪ੍ਰੇਮ ਕਰਦਾ ਨਾ ਭਾਈ, ਤੇ ਲੋਕਾਂ ਨਾਲੋਂ ਤੇ ਪਰਿਵਾਰ ਨਾਲੋਂ ਵੀ ਤੋੜਨੀ ਪੈ ਸਕਦੀ ਹੈ, ਤੋੜਨੀ ਪੈਣੀ ਹੈ, ਤਾਂ ਗੁਰੂ ਵੱਲ ਤੁਰਿਆ ਜਾਣਾ। ਤੇ ਅਸੀਂ ਤੇ ਝਾਟੀ ਆਖ ਦਿੰਦੇ, ਜਿਹੜੀ ਗੱਲ ਗੁਰੂ ਮਰਿਆਦਾ ਵਿੱਚ ਨਹੀਂ ਨਾ, ਮਹਾਰਾਜ ਰੋਕਦੇ ਵੀ ਆਹ ਕੰਮ ਨਹੀਂ ਕਰਨਾ, ਅਸੀਂ ਉਹ ਵੀ ਕਰਦੇ ਹਾਂ। ਜਦੋਂ ਪੁੱਛਿਆ ਜਾਂਦਾ ਵੀ ਕਿਉਂ ਭਾਈ, ਕਹਿਣ ਲੱਗਾ ਜੀ ਪਰਿਵਾਰ ਨਹੀਂ ਮੰਨਦਾ, ਰਿਸ਼ਤੇਦਾਰ ਨਹੀਂ ਮੰਨਦੇ, ਮੇਰਾ ਤੇ ਵਾਸੀ ਕੋਈ ਨਹੀਂ ਚੱਲਿਆ ਉਹਨਾਂ ਦੇ ਅੱਗੇ। ਇਹ ਕੀ ਹੈ? ਬਹਾਨਾ ਹੈ ਸਾਡੇ ਕੋਲ ਬਚਣ ਦਾ ਸੌਖਾ ਜਿਹਾ ਤਰੀਕਾ, ਬਚ ਜਾਓ ਇਹ ਗੱਲ ਕਹਿ ਕੇ। ਜੇ ਗੁਰੂ ਨਾਲ ਪ੍ਰੇਮ ਕਰਕੇ ਤੁਰਨਾ ਚਾਹੁੰਦਾ ਹੈ ਨਾ, ਤੇ ਫਿਰ ਤੈਨੂੰ ਪਰਿਵਾਰ ਨੂੰ ਪਾਸੇ, ਇਸੇ ਤਰ੍ਹਾਂ ਸਾਕ ਸੰਬੰਧੀਆਂ ਨੂੰ ਪਰੇ ਕਰਨਾ ਪਵੇਗਾ, ਤਾਂ ਗੁਰੂ ਦੇ ਬਚਨਾਂ ਨੂੰ ਮੰਨਿਆ ਜਾਂਦਾ। ਸਾਖੀ ਵਿੱਚ ਬਚਨ ਆਉਂਦਾ ਵੀ ਮਹਾਰਾਜ ਨੇ 5 ਸਿੱਖਾਂ ਦੇ ਸਿਰ ਮੰਗੇ ਜਦੋਂ ਅੰਮ੍ਰਿਤ ਦੇਣ ਲੱਗੇ, ਅੰਮ੍ਰਿਤ ਦੀ ਦਾਤ। ਉਹਨਾਂ 5 ਸਿੱਖਾਂ ਦੇ ਨਾਲ ਪਰਿਵਾਰ ਵੀ ਤੇ ਆਇਆ ਹੋਵੇਗਾ ਨਾ, ਘਰ ਵਾਲੀਆਂ ਆਈਆਂ, ਬੱਚੇ ਆਏ, ਮਾਤਾ ਪਿਤਾ ਆਏ, ਆਂਢੀ ਗੁਆਂਢੀ ਵੀ ਆਏ ਹੋਣਗੇ। ਤੇ ਜਦੋਂ ਉਹ ਉੱਠੇ ਹੋਣਗੇ ਸਿਰ ਦੇਣ ਵਾਸਤੇ ਵੀ ਮਹਾਰਾਜ ਮੈਂ ਤਿਆਰ ਹਾਂ ਸ਼ਹੀਦੀ ਪਾਉਣ ਵਾਸਤੇ, ਤੇ ਪਰਿਵਾਰ ਤੇ ਉਹਨਾਂ ਦੇ ਵੀ ਰੋਕਦੇ ਹੋਣਗੇ ਨਾ, ਪੁੱਤਰ ਧੀਆਂ ਕਹਿੰਦੇ ਹੋਣਗੇ ਬਾਪੂ ਕਿਉਂ ਚੱਲਿਆ ਅੱਗੇ ਸਿਰ ਦੇਣ ਵਾਸਤੇ। ਆਂਢੀ ਗੁਆਂਢੀ ਵੀ ਕਹਿੰਦੇ ਹੋਣਗੇ ਬਹਿ ਜਾ, ਕੋਈ ਗੱਲ ਨਹੀਂ, ਨਾ ਵੀ ਸਿਰ ਦੇਵਾਂਗੇ ਸਰ ਜਾਵੇਗਾ। ਲੋਕ ਰੋਕਦੇ ਤੇ ਹੋਣਗੇ ਨਾ, ਜਿਹੜੇ ਸੱਜੇ ਖੱਬੇ ਬੈਠੇ ਹੋਣਗੇ। ਭਾਵੇਂ ਕਿ ਮਹਾਰਾਜ ਨੇ ਬਾਅਦ ਵਿੱਚ ਜਿਉਂਦਾ ਕੀਤੇ, ਅੰਮ੍ਰਿਤ ਛਕਾ ਕੇ ਉਹਨਾਂ ਨੂੰ 5 ਪਿਆਰੇ ਬਣਾਇਆ, ਪਰ ਉਸ ਤੋਂ ਪਹਿਲਾਂ ਜਾਣਦਾ ਤੇ ਕੋਈ ਨਹੀਂ ਨਾ ਵੀ ਮਹਾਰਾਜ ਨੇ ਕਰਨਾ ਕੀ, ਜਿਉਂਦੇ ਕਰਨਾ ਵੀ ਹੈ ਕਿ ਨਹੀਂ ਕਰਨਾ, ਤਲਵਾਰ ਦੀ ਭੇਟ ਕਰਨਾ ਕਿਵੇਂ ਕਰਨਗੇ, ਇਹ ਪਹਿਲਾਂ ਤੇ ਕੋਈ ਨਹੀਂ ਨਾ ਜਾਣਦਾ। ਇਹ ਤੇ ਹੁਣ ਆਪਾਂ ਜਾਣਦੇ ਨਾ, ਇਤਿਹਾਸ ਦੇ ਵਿੱਚ ਵੀ ਮਹਾਰਾਜ ਨੇ ਸਿਰ ਲੈ ਕੇ ਤੇ ਜਿਉਂਦੇ ਕੀਤਾ, ਨਾ ਜਿਉਂਦੇ ਕਰਦੇ ਪਹਿਲਾਂ ਤਾਂ ਨਹੀਂ ਨਾ ਪਤਾ। ਤੇ ਪਰਿਵਾਰ ਤੇ ਉਹਨਾਂ ਦੇ ਵੀ ਰੋਕਦੇ ਹੋਣਗੇ ਨਾ, ਘਰ ਵਾਲੀ ਨੇ ਵੀ ਰੋਕਿਆ ਹੋਵੇਗਾ, ਪੁੱਤਰਾਂ ਨੇ ਵੀ, ਮਾਂ ਬਾਪ ਨੇ ਵੀ, ਕੋਈ ਨਾਲ ਰਿਸ਼ਤੇਦਾਰ ਆਇਆ ਹੋਵੇਗਾ, ਕੋਈ ਆਂਢੀ ਗੁਆਂਢੀ ਆਇਆ ਹੋਵੇਗਾ, ਬਹਿ ਜਾ ਚੁੱਪ ਕਰਕੇ, ਅੱਗੇ ਨਾ ਜਾ, ਅੱਗੇ ਸਿਰ ਮੰਗਦੇ ਪਏ ਮਹਾਰਾਜ। ਪਰ ਪ੍ਰਵਾਨ ਉਹ ਹੈ ਜਿਨ੍ਹਾਂ ਨੇ ਕਿਸੇ ਦੀ ਗੱਲ ਨਹੀਂ ਸੁਣੀ, ਨਾ ਗੁਆਂਢੀ ਦੀ, ਨਾ ਬੱਚੇ ਦੀ, ਨਾ ਪਰਿਵਾਰ ਦੀ। ਕਹਿਣ ਲੱਗੇ ਬਚਨ ਗੁਰੂ ਦਾ ਮੰਨਣਾ। ਤੇ ਫਿਰ ਅਰਦਾਸ ਦੇ ਵਿੱਚ ਜ਼ਿਕਰ ਤੇ ਉਹਨਾਂ ਦਾ ਹੀ ਆਇਆ ਹੈ ਨਾ। ਆਪਾਂ ਆਖਦੇ 5 ਪਿਆਰਿਆਂ, 4 ਸਾਹਿਬਜ਼ਾਦਿਆਂ, ਯਾਦ ਵੀ ਉਹਨਾਂ ਨੂੰ ਕੀਤਾ ਜਾਂਦਾ ਜਿਹੜੇ ਗੁਰੂ ਨੂੰ ਮੁੱਖ ਰੱਖ ਕੇ ਤੁਰੇ, ਕਿਸੇ ਦੀ ਗੱਲ ਸੁਣੀ ਨਹੀਂ, ਤੇ ਜੇ ਸੁਣ ਕੇ ਬਹਿ ਜਾਂਦੇ ਤੇ ਅੱਜ ਯਾਦ ਉਹਨਾਂ ਨੂੰ ਕੌਣ ਕਰਦਾ। ਰੱਬ ਦੇ ਰਾਹ ਤੇ ਤੁਰਨਾ, ਦੁਨੀਆ ਦੀਆਂ ਗੱਲਾਂ ਅਣਸੁਣੀਆਂ ਕਰਨੀਆਂ ਪੈਣੀਆਂ, ਤਾਂ ਪਹੁੰਚ ਸਕਦਾ। ਜੇ ਤੂੰ ਆਖੇ ਵੀ ਹੁਣ ਪਰਿਵਾਰ ਦੀ ਵੀ ਸੁਣ ਲਵਾਂ, ਆਂਢੀ ਗੁਆਂਢੀ ਤੇ ਰਿਸ਼ਤੇਦਾਰਾਂ ਦੀ ਵੀ ਸੁਣਾ, ਤੇ ਫਿਰ ਗੁਰੂ ਦੀ ਸੁਣਾ, ਫਿਰ ਗੱਲ ਨਹੀਂ ਬਣਨੀ ਹੈ। ਮਹਾਰਾਜ ਕਹਿਣ ਲੱਗੇ ਪ੍ਰਾਪਤੀ ਕਰਨੀ ਚਾਹੁੰਦਾ, ਲੋਕ ਕੁਟੰਬ ਸਭੂ ਤੇ ਤੋਰੈ। ਪਰਿਵਾਰ ਨਾਲੋਂ ਤੇ ਰਿਸ਼ਤੇਦਾਰਾਂ ਨਾਲੋਂ ਤੋੜਨੀ ਪਵੇਗੀ, ਪਿੱਛੇ ਹਟਣਾ ਪਵੇਗਾ, ਤਾਂ ਗੁਰੂ ਦੇ ਰਾਹ ਤੇ ਚੱਲ ਸਕਦਾ। ਹੁਣ ਭਗਤਾਂ ਦੇ ਬਚਨ ਆਉਂਦੇ ਨਾ ਜੀਵਨ ਦੇ ਵਿੱਚ। ਭਗਤ ਕਬੀਰ ਸਾਹਿਬ ਜੀਆਂ ਦੇ ਘਰ ਦੇ ਵਿੱਚ ਰੋਟੀ ਪ੍ਰਸ਼ਾਦਾ ਨਹੀਂ ਪੱਕਦਾ, ਇੰਨੀ ਗਰੀਬੀ ਹੈ। ਭਗਤ ਰਵਿਦਾਸ ਵਰਗੇ ਵਿਚਾਰੇ ਜਿਹੜੇ ਪ੍ਰਸ਼ਾਦਾ ਨਹੀਂ ਘਰੇ ਦੇ ਸਕਦੇ, ਇੰਨੀ ਗਰੀਬੀ ਹੈ।
ਪਰਿਵਾਰ ਤੇ ਉਹਨਾਂ ਦਾ ਵੀ ਮਜਬੂਰ ਕਰਦਾ ਹੋਵੇਗਾ ਨਾ ਵੀ ਕੰਮ ਕਰੋ, ਦਿਨੇ ਰਾਤ ਮਿਹਨਤ ਮਜ਼ਦੂਰੀ ਦਿਹਾੜੀ ਕਰੋ, ਇਹ ਕੀ ਤੁਸੀਂ ਰਾਮ ਰਾਮ ਕਰਦੇ ਪਏ। ਤੇ ਕਬੀਰ ਸਾਹਿਬ ਜੀਆਂ ਨੇ ਤੇ ਲਿਖ ਵੀ ਦਿੱਤਾ ਹੈ, ਕਹਿਣ ਲੱਗੇ ਵੀ ਮੇਰੀ ਤੇ ਮਾਂ ਮੈਨੂੰ ਖੁਦ ਕਹਿੰਦੀ ਹੈ ਇਹ ਛੋੜ ਰਾਮ ਕੀ, ਰੱਬ ਨੂੰ ਛੱਡ ਦੇ, ਕੀ ਰੱਬ ਰੱਬ ਕਰਦਾ ਪਿਆ, ਕਿਰਤ ਕਮਾਈ ਕਰ, ਮਿਹਨਤ ਮਜ਼ਦੂਰੀ ਦਿਹਾੜੀ ਕਰ, ਪਰਿਵਾਰ ਨੂੰ ਪਾਲੀਏ। ਤੇ ਕਬੀਰ ਸਾਹਿਬ ਜੀਆਂ ਨੇ ਫਿਰ ਕੀ ਆਖਿਆ, ਕਹਿਣ ਲੱਗੇ ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ, ਤੂੰ ਤੇ ਮੇਰੀ ਮਾਂ ਹੀ ਨਹੀਂ ਤੇ ਮੈਂ ਤੇਰਾ ਪੁੱਤਰ ਨਹੀਂ। ਰੱਬ ਦਾ ਨਾਮ ਐਵੇਂ ਨਹੀਂ ਜਪਿਆ ਜਾਂਦਾ। ਮਾਂ ਦੀ ਰਿਸ਼ਤੇਦਾਰੀ, ਮਾਂ ਪੁੱਤ ਦਾ ਰਿਸ਼ਤਾ ਸਭ ਤੋਂ ਨੇੜੇ ਦੁਨੀਆ ਦੇ ਵਿੱਚ, ਜਿਹਦੇ ਵਿੱਚ ਕੋਈ ਵਲ ਛਲ ਧੋਖਾ ਨਹੀਂ ਹੈ। ਪਰ ਕਹਿਣ ਲੱਗੇ ਐਸੇ ਰਿਸ਼ਤੇ ਨੂੰ ਵੀ ਭਗਤ ਜੀ ਕਹਿਣ ਲੱਗੇ ਵੀ ਤੂੰ ਮੇਰੀ ਮਾਂ ਹੀ ਨਹੀਂ ਹੈ ਜੇ ਮੈਨੂੰ ਰੱਬ ਦੇ ਨਾਮ ਤੋਂ ਰੋਕਦੀ ਪਈ, ਨਾ ਮੈਂ ਤੇਰਾ ਪੁੱਤਰ ਹਾਂ, ਜਾ ਰੋਂਦੀ ਐ ਤੇ ਰੋ ਜਾਂਦੀ ਐ ਤੇ ਜਾ, ਜੇ ਰੱਬ ਤੋਂ ਨਾਮ ਤੋਂ ਰੋਕੇਂਗੀ ਤੇ ਮੈਂ ਨਹੀਂ ਤੇਰੇ ਨਾਲ ਸਹਿਮਤ ਨਹੀਂ ਇਸ ਗੱਲ ਦੇ ਵਿੱਚ। ਕਬੀਰ ਸਾਹਿਬ ਜੀਆਂ ਦੀ ਬਾਣੀ ਐਵੇਂ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਕਿ ਜੀਵਨ ਐਵੇਂ ਨਹੀਂ ਬਣਦੇ, ਭਗਤੀਆਂ ਐਵੇਂ ਨਹੀਂ ਹੁੰਦੀਆਂ। ਅਸੀਂ ਤੇ ਦੋਵੇਂ ਕਿਨਾਰੇ ਫੜ ਲੈਂਦੇ ਨਾ ਵੀ ਦੁਨੀਆ ਵੀ ਖੁਸ਼ ਰੱਖੀਏ, ਪਰਿਵਾਰ ਵੀ ਖੁਸ਼ ਰਵੇ, ਗੁਰੂ ਵੀ ਖੁਸ਼ ਰਵੇ। ਪਰ ਜਿਨ੍ਹਾਂ ਨੇ ਗੁਰੂ ਨੂੰ ਖੁਸ਼ ਕੀਤਾ ਨਾ ਉਹਨਾਂ ਦਾ ਜੀਵਨ ਪੜ੍ਹੋਗੇ ਤੇ ਫਿਰ ਵਚਨ ਆਵੇਗਾ ਵੀ ਉਹਨਾਂ ਨਾਲ ਦੁਨੀਆ ਨਾਰਾਜ਼ ਹੀ ਰਹੀ ਹੈ, ਪਰਿਵਾਰ ਵੀ ਨਾਰਾਜ਼ ਹੀ ਰਿਹਾ, ਉਹਨਾਂ ਨੇ ਗੁਰੂ ਤਾਂ ਖੁਸ਼ ਕੀਤਾ। ਦੁਨੀਆ ਨਾਰਾਜ਼ ਰਹੀ ਹੈ, ਰਾਜਿਆਂ ਨੇ ਜੇਲ੍ਹਾਂ ਵਿੱਚ ਪਾ ਛੱਡਿਆ, ਬੇੜੀਆਂ ਪਾ ਪਾ ਕੇ, ਸੰਗਲ ਪਾ ਪਾ ਕੇ, ਨਹਿਰਾਂ ਨਦੀਆਂ ਵਿੱਚ ਕਬੀਰ ਸਾਹਿਬ ਵਰਗਿਆਂ ਨੂੰ ਸੁੱਟ ਛੱਡਿਆ, ਨਾਮਦੇਵ ਵਰਗਿਆਂ ਨੂੰ ਹਾਥੀ ਦੇ ਅੱਗੇ ਸੁੱਟ ਛੱਡਿਆ। ਕਹਿਣ ਲੱਗੇ ਭਾਈ ਇਹ ਦੁਨੀਆ ਨਾਲੋਂ ਤੋੜ ਕੇ ਤਾਂ ਸੰਸਾਰ ਨਾਲੋਂ ਟੁੱਟੀਏ ਤੇ ਤਾਂ ਨਿਰੰਕਾਰ ਨਾਲ ਜੁੜੀਦਾ। ਤੂੰ ਆਖਦਾ ਵੀ ਸੰਸਾਰ ਨਾਲ ਵੀ ਜੁੜਿਆ ਰਵਾਂ ਤੇ ਨਿਰੰਕਾਰ ਨਾਲ, ਇਸ ਤਰ੍ਹਾਂ ਦੋ ਪੈੜੀਆਂ ਬੇੜੀਆਂ 'ਚ ਪੈਰ ਰੱਖਿਆ ਗੱਲ ਨਹੀਂ ਬਣਨੀ। ਮਹਾਰਾਜ ਕਹਿਣ ਲੱਗੇ ਲੋਕ ਕੁਟੰਬ ਸਭ ਹੂੰ ਤੇ ਤੁਰੈ, ਲੋਕਾਂ ਨਾਲੋਂ ਪਰਿਵਾਰ ਨਾਲੋਂ ਟੁੱਟਣਾ ਪੈਣਾ ਤੇ ਤਾਂ ਪਰਮਾਤਮਾ ਮਿਲਣਾ। ਹੁਣ ਪੰਜਾਂ ਪਿਆਰਿਆਂ ਦੀ ਸਾਖੀ ਆਪਾਂ ਸਰਵਣ ਕਰ ਲਈ ਹੈ। ਭਗਤ ਕਬੀਰ ਸਾਹਿਬ ਜੀਆਂ ਦੇ ਜੀਵਨ ਵਿੱਚੋਂ ਮਾਂ ਤੇ ਪੁੱਤਰ ਦਾ ਜੀਵਨ ਆਪਾਂ ਸੁਣ ਲਿਆ। ਉਹਨਾਂ ਨੇ ਤੋੜ ਕੇ ਪਿੱਛੇ ਹਟਣਾ ਕੀਤਾ ਤੇ ਤਾਂ ਉਹ ਪ੍ਰਵਾਨ ਹੋਏ ਹਨ। ਤੋ ਆਪਨ ਬੇੜੀ ਆਵੇ ਹੋ। ਫਿਰ ਗੁਰੂ ਦੇ ਕੋਲ ਜਾਣ ਦੀ ਲੋੜ ਨਹੀਂ ਹੈ, ਗੁਰੂ ਲੱਭਣ ਦੀ ਲੋੜ ਨਹੀਂ ਵੀ ਗੁਰੂ ਕਿੱਥੇ ਰਹਿੰਦਾ, ਗੁਰੂ ਆਪਣੇ ਆਪ ਚੱਲ ਕੇ ਆ ਜਾਏਗਾ ਤੇਰੇ ਕੋਲ, ਤੈਨੂੰ ਜਾਣ ਦੀ ਲੋੜ ਨਹੀਂ ਹੈ। ਮੰਜ਼ਿਲ ਤੇਰੇ ਕੋਲ ਆਪ ਆਵੇਗੀ ਚੱਲ ਕੇ, ਪਰ ਆਵੇਗੀ ਉਹਨਾਂ ਦੇ ਕੋਲ ਗੁਰਮੁਖੋ ਜਿਨ੍ਹਾਂ ਨੇ ਦੁਨੀਆ ਨਾਲੋਂ ਤੋੜ ਕੇ ਨਿਰੰਕਾਰ ਨਾਲ ਜੁੜਨਾ ਕੀਤਾ। ਤੇ ਕਿੰਨੀਆਂ ਸਾਖੀਆਂ ਨੇ। ਸੰਗਲਾਦੀਪ ਦੇ ਰਾਜੇ ਸ਼ਿਵਨਾਭ ਦੇ ਕੋਲ ਰਾਜਾ ਨਹੀਂ ਮਹਾਰਾਜ ਕੋਲ ਆਇਆ, ਸਤਿਗੁਰੂ ਰਾਜੇ ਕੋਲ ਆਪ ਚੱਲ ਕੇ ਗਏ। ਤੇ ਭਾਈ ਲਾਲੋ ਜੀਆਂ ਦੀ ਸਾਖੀ, ਭਾਈ ਲਾਲੋ ਜੀ ਤੇ ਨਹੀਂ ਨਾ ਚੱਲ ਕੇ ਆਏ ਗੁਰੂ ਨਾਨਕ ਦੇਵ ਮਹਾਰਾਜ ਦੇ ਕੋਲ, ਗੁਰੂ ਨਾਨਕ ਸਾਹਿਬ ਆਪ ਚੱਲ ਕੇ ਗਏ ਉਹਦੇ ਕੋਲ। ਕਹਿਣ ਲੱਗੇ ਜਿਹੜੇ ਇਸ ਤਰ੍ਹਾਂ ਪ੍ਰੀਤੀ ਕਰਦੇ, ਗੁਰੂ ਉਹਨਾਂ ਦੇ ਕੋਲ ਆਪ ਚੱਲ ਕੇ ਜਾਂਦਾ, ਪਰ ਜਾਂਦਾ ਉਹਨਾਂ ਦੇ ਕੋਲ ਹੈ ਜਿਹੜੇ ਸੰਸਾਰ ਨਾਲੋਂ ਟੁੱਟ ਕੇ ਨਿਰੰਕਾਰ ਨਾਲ ਜੁੜਦੇ ਹਨ। ਐਸੋ ਬੇੜੀ ਪਰ ਨਾ ਸਾਕੋ, ਸਭ ਅੰਤਰ ਸਭ ਠਾਈ ਹੋ। ਮਹਾਰਾਜ ਕਹਿਣ ਲੱਗੇ ਭਾਈ ਇਹੋ ਜਿਹਾ ਜਿਹੜਾ ਬੇੜੀ ਪਰਮਾਤਮਾ ਹੈ ਨਾ ਗੁਰੂ ਰੂਪ, ਉਹਦੇ ਭਾਈ ਗੁਣ ਵਰਣਨ ਨਹੀਂ ਕੀਤੇ ਜਾ ਸਕਦੇ, ਉਹਦੇ ਗੁਣ ਦੱਸੇ ਕੋਈ ਨਹੀਂ ਜਾ ਸਕਦੇ, ਕਿਉਂਕਿ ਉਹ ਗੁਰੂ ਸਾਰਿਆਂ ਥਾਵਾਂ 'ਤੇ ਹੈ, ਪਰ ਗੁਰੂ ਬਿਨਾਂ ਪ੍ਰਾਪਤੀ ਨਹੀਂ ਹੈ। ਸੰਸਾਰ ਦੇ ਵਿੱਚ ਅਸੀਂ ਵੇਖਦੇ ਹਾਂ ਨਾ। ਮਹਾਰਾਜ ਕਹਿਣ ਲੱਗੇ ਬਿਨ ਬਾਜੇ ਕੈਸੇ ਨਿਰਤਕਾਰੀ, ਜੇ ਨੱਚਣਾ ਹੋਵੇ ਨਾ ਤਾਂ ਉਹਦੇ ਵਾਸਤੇ ਬਾਜਾ ਵਜਾਉਣਾ ਪਵੇਗਾ, ਢੋਲ ਵਜਾਉਣਾ ਪਵੇਗਾ, ਤਬਲਾ ਵਜਾਉਣਾ ਪਵੇਗਾ। ਨਿਰਤਕਾਰੀ ਸਾਜ਼ ਬਿਨਾਂ ਨਹੀਂ ਹੁੰਦੀ ਹੈ। ਸਾਜ਼ ਬਿਨਾਂ ਜੇ ਨੱਚਿਆ ਨਹੀਂ ਨਾ ਜਾ ਸਕਦਾ ਤੇ ਗੁਰਮੁਖਾ ਗੁਰੂ ਬਿਨਾਂ ਪਰਮਾਤਮਾ ਵੀ ਨਹੀਂ ਉਹ ਮਿਲਦਾ। ਬਿਨ ਬਾਜੇ ਕੈਸੇ ਨਿਰਤਕਾਰੀ, ਵਾਜਾ ਨਹੀਂ ਵੱਜਦਾ, ਗੀਤ ਸੰਗੀਤ ਨਹੀਂ ਹੈ, ਉੱਥੇ ਫਿਰ ਨੱਚਿਆ ਨਹੀਂ ਜਾਣਾ। ਬਿਨ ਕੰਠੇ ਕੈਸੇ ਗਾਵਨ ਹਾਰੀ, ਗਲਾ ਤੇਰਾ ਖਰਾਬ ਹੈ ਨਾ, ਗਲੇ ਵਿੱਚ ਖਰਾਸ ਹੈ ਜਾਂ ਬੋਲਦਾ ਹੀ ਨਹੀਂ, ਤੇ ਹੱਥ ਵਿੱਚ ਮੈਕ ਫੜ ਲਵੇ ਵੀ ਮੈਂ ਤੇ ਹੁਣ ਹੇਕਾਂ ਲਾ ਕੇ ਸੁਣਾਵਾਂਗਾ, ਗੀਤ ਗਾ ਕੇ, ਕਿਵੇਂ ਸੁਣਾਵੇਂਗਾ? ਸੁਣਾਇਆ ਜਾਣਾ ਗਲੇ ਦੇ ਨਾਲ, ਗਲਾ ਕੰਮ ਨਹੀਂ ਕਰਦਾ, ਗੀਤ ਨਹੀਂ ਹੋ ਗਾਇਆ ਜਾਣਾ। ਜਿਵੇਂ ਗਲੇ ਬਿਨਾਂ ਗੀਤ ਨਹੀਂ ਗਾਇਆ ਜਾ ਸਕਦਾ, ਗੁਰੂ ਬਿਨਾਂ ਮੁਕਤ ਨਹੀਂ ਹੋਇਆ ਜਾ ਸਕਦਾ। ਇਹ ਸੰਸਾਰੀ ਜਿਹੜੇ ਨੇ ਸਾਨੂੰ ਸੰਸਾਰ ਵਿੱਚ ਰਹਿੰਦਿਆਂ ਇਹਨਾਂ ਗੱਲਾਂ ਦਾ ਪਤਾ ਹੈ। ਜੀਲ ਬਿਨਾਂ ਕੈਸੇ ਬੱਜੇ ਰਬਾਬ, ਜੀਲ ਤੋਂ ਭਾਵ ਗੁਰਮੁਖ ਹੁੰਦਾ ਤੰਤ, ਰਬਾਬ ਜਿਹੜੀ ਹੈ ਨਾ ਉਹ ਤੰਤੀ ਸਾਜ਼ ਹੈ, ਨਿੱਕੀਆਂ ਨਿੱਕੀਆਂ ਤਾਰਾਂ ਰਬਾਬ ਦੇ ਉੱਪਰ ਹੁੰਦੀਆਂ। ਹੁਣ ਮੰਨ ਲਓ ਰਬਾਬ ਵਜਾਉਣ ਵਾਲਾ ਤਾਰਾਂ ਤੋੜ ਕੇ ਪਹਿਲਾਂ ਪਰੇ ਕਰ ਦੇਵੇ ਤੇ ਮੁੜ ਕੇ ਆਖੇ ਵੀ ਹੁਣ ਰਬਾਬ ਆਵਾਜ਼ ਨਹੀਂ ਕੱਢਦੀ ਤੇ ਕਿਵੇਂ ਕੱਢੇਗੀ? ਰਬਾਬ ਦੇ ਉੱਪਰ ਉਹ ਸਰੰਦਾ ਫੇਰਨਾ ਪੈਣਾ, ਗਜ
ਗਜ ਫੇਰਨਾ ਪਵੇਗਾ ਤੇ ਤਾਂ ਰਬਾਬ ਵਿੱਚੋਂ ਆਵਾਜ਼ ਨਿਕਲਣੀ ਹੈ। ਪਰ ਗਜ ਫੇਰਨਾ ਤੇ ਤਾਰਾਂ ਤੇ ਹੀ ਪਵੇਗਾ ਨਾ। ਹੁਣ ਤਾਰ ਤੋੜ ਕੇ ਪਹਿਲਾਂ ਰੱਖ ਲਈਏ, ਆਵਾਜ਼ ਕਿੱਥੋਂ ਆਵੇ। ਜਿਵੇਂ ਤਾਰਾਂ ਬਿਨਾਂ ਰਬਾਬ ਨਹੀਂ ਵੱਜਦੀ ਹੈ, ਗੁਰੂ ਬਿਨਾਂ ਗੁਰਮੁਖਾ ਨਹੀਂਓ ਪ੍ਰਾਪਤੀ ਹੋਣੀ। ਇਹ ਬਚਨ ਪੱਲੇ ਬੰਨ। ਤੇ ਪਾਤਸ਼ਾਹ ਕਹਿਣ ਲੱਗੇ ਨਾਮ ਬਿਨਾ ਬਿਰਥੇ ਸਭ ਕਾਜ, ਨਾਮ ਤੋਂ ਬਿਨਾ ਤੇ ਸਾਰੇ ਕਾਰਜ ਵਿਅਰਥ ਹੀ ਨੇ। ਅਵਰ ਕਾਜ ਤੇ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੇ ਪਾਤਸ਼ਾਹ ਕਹਿਣ ਲੱਗੇ ਨਾਮ ਬਿਨਾ ਕਹੋ ਕੋ ਤਰਿਆ। ਕੋਈ ਬੰਦਾ ਹੱਥ ਖੜਾ ਕਰਕੇ ਇਹ ਕਹਿ ਸਕਦਾ ਵੀ ਫਲਾਣੇ ਬੰਦੇ ਨੇ ਨਾਮ ਨਹੀਂ ਜਪਿਆ ਤੇ ਉਹ ਮੁਕਤ ਹੋ ਗਿਆ ਜੀ, ਤਰ ਗਿਆ। ਕੋਈ ਹੈ ਦੁਨੀਆ ਵਿੱਚ ਇਸ ਤਰ੍ਹਾਂ ਦਾ? ਕੋਈ ਨਹੀਂ ਹੈ। ਜਿੰਨਾ ਮਰਜ਼ੀ ਇਤਿਹਾਸ ਪੜ੍ਹ ਲਓ, ਜਿੰਨੇ ਮਰਜ਼ੀ ਗ੍ਰੰਥ ਪੜ੍ਹ ਲਓ, ਜੇ ਕੋਈ ਤਰਿਆ ਤੇ ਨਾਮ ਜਪ ਕੇ ਤਰਿਆ, ਨਾਮ ਬਿਨਾ ਕੋਈ ਨਹੀਂ ਤਰਿਆ। ਬਿਨ ਸਤਿਗੁਰ ਕੈਸੇ ਪਾਰ ਪਰਿਆ। ਦੁਨੀਆ ਵਿੱਚ ਭਗਤ ਕਬੀਰ ਸਾਹਿਬ ਹੋਏ ਨੇ, ਭਗਤ ਨਾਮਦੇਵ ਵਰਗੇ ਹੋਏ ਨੇ, ਭਗਤ ਧਰੂ ਵਰਗੇ ਹੋਏ ਨੇ, ਭਗਤ ਪ੍ਰਹਿਲਾਦ ਵਰਗੇ ਹੋਏ ਨੇ, ਪਰ ਕੋਈ ਬੰਦਾ ਇਹੋ ਜਿਹਾ ਦੱਸ ਦਿਓ ਜਿਹਨੇ ਗੁਰੂ ਨਾ ਬਣਾਇਆ ਹੋਵੇ ਤੇ ਸੰਸਾਰ ਤੋਂ ਤਰ ਗਿਆ ਹੋਵੇ। ਅੱਜ ਅਸੀਂ ਇਹ ਗੱਲ ਕਹਿੰਦੇ ਮੇਰਾ ਤੇ ਮਨ ਹੀ ਬੜਾ ਸਾਫ਼ ਹੈ, ਮੈਨੂੰ ਤੇ ਗੁਰੂ ਬਣਾਉਣ ਦੀ ਲੋੜ ਹੀ ਕੋਈ ਨਹੀਂ ਹੈ, ਗੁਰੂ ਬਣਾਉਣ ਤੋਂ ਬਿਨਾਂ ਹੀ ਮੈਨੂੰ ਤੇ ਗੱਲ ਬਣ ਜਾਣੀ ਹੈ। ਇਹ ਸਭ ਸਾਡੇ ਬਹਾਨੇ ਨੇ। ਜਦੋਂ ਤੋਂ ਦੁਨੀਆ ਬਣੀ ਹੈ ਅੱਜ ਤੱਕ ਕੋਈ ਇਹੋ ਜਿਹਾ ਹੋਵੇ ਜਿਹਨੇ ਗੁਰੂ ਨਾ ਬਣਾਇਆ ਹੋਵੇ ਤੇ ਤਰਿਆ ਹੋਵੇ। ਇਹ ਗੁਰੂ ਅਰਜਨ ਦੇਵ ਪਾਤਸ਼ਾਹ ਕਹਿ ਰਹੇ ਗੁਰਬਾਣੀ ਵਿੱਚ, ਕਹਿਣ ਲੱਗੇ ਭਾਈ ਕੋਈ ਹੈ ਇਸ ਤਰ੍ਹਾਂ ਦਾ ਜਿਹਨੇ ਗੁਰੂ ਨਹੀਂ ਬਣਾਇਆ ਤੇ ਤਰ ਗਿਆ ਹੋਵੇ? ਨਹੀਂ, ਕੋਈ ਨਹੀਂ। ਗੁਰੂ ਤੋਂ ਬਿਨਾਂ ਗੱਲ ਬਣੀ ਨਹੀਂ ਹੈ। ਬਿਨ ਜਿਹਬਾ ਕਹਾਂ ਕੋ ਬਗਤਾ। ਜ਼ੁਬਾਨ ਬੰਦੇ ਦੀ ਕੱਟੀ ਹੋਵੇ ਨਾ ਤੇ ਫਿਰ ਉਹ ਬੰਦਾ ਕਵੇ ਵੀ ਮੈਂ ਗੱਲਾਂ ਕਰਨੀਆਂ ਤੇ ਕੀਤੀਆਂ ਨਹੀਂ ਜਾਣੀਆਂ। ਜ਼ੁਬਾਨ ਬਿਨਾਂ ਬੋਲਿਆ ਨਹੀਂ ਜਾਣਾ, ਬੋਲਿਆ ਜ਼ੁਬਾਨ ਦੇ ਨਾਲ ਜਾਣਾ ਹੈ। ਜ਼ੁਬਾਨ ਬਿਨਾਂ ਬੋਲਿਆ ਨਹੀਂ ਜਾ ਸਕਦਾ, ਗੁਰੂ ਬਿਨਾਂ ਮੁਕਤ ਨਹੀਂ ਹੋਇਆ ਜਾ ਸਕਦਾ। ਤੇ ਹੁਣ ਸਾਨੂੰ ਪਤਾ ਨਾ, ਜ਼ੁਬਾਨ ਕਿਸੇ ਦੀ ਵੱਢੀ ਜਾਵੇ, ਟੁਕੀ ਜਾਵੇ ਤੇ ਫਿਰ ਉਹ ਬੋਲ ਨਹੀਂ ਸਕਦਾ, ਭਾਵੇਂ ਜਿੰਨੇ ਮਰਜ਼ੀ ਯਤਨ ਕਰ ਲਵੇ। ਜ਼ੁਬਾਨ ਬਿਨਾਂ ਬੋਲਿਆ ਨਹੀਂ ਜਾਣਾ, ਗੁਰੂ ਬਿਨਾਂ ਮੁਕਤ ਨਹੀਂ ਹੋਇਆ ਜਾਣਾ। ਬਿਨ ਸਰਵਨਾ ਕਹਾਂ ਕੋ ਸੁਣਤਾ। ਕੰਨ ਬੰਦ ਨੇ ਤੇ ਫਿਰ ਆਖੇ ਵੀ ਮੈਨੂੰ ਹੁਣ ਕੋਈ ਗੀਤ ਸੰਗੀਤ ਸੁਣਾਈ ਦੇਵੇ, ਕੰਨਾਂ ਬਿਨਾਂ ਥੋੜ੍ਹੀ ਸੁਣਿਆ ਜਾਂਦਾ। ਕੰਨ ਜ਼ਰੂਰੀ ਨੇ ਤਾਂ ਹੀ ਤੈਨੂੰ ਕੁਝ ਸੁਣਾਈ ਦੇਣਾ। ਕੰਨਾਂ ਬਿਨਾਂ ਸੁਣ ਨਹੀਂ ਸਕਦਾ, ਜ਼ੁਬਾਨ ਬਿਨਾਂ ਬੋਲ ਨਹੀਂ ਸਕਦਾ। ਬਿਨ ਨੇਤਰਾਂ ਕਹਾਂ ਕੋ ਪੇਖੈ। ਅੱਖਾਂ ਬੰਦ ਨੇ ਜਾਂ ਅੱਖਾਂ ਕੱਢੀਆਂ ਹੋਈਆਂ, ਅੱਖਾਂ ਖਰਾਬ ਨੇ, ਅੰਨਾ ਹੋ ਗਿਆ, ਆਖਦਾ ਵੀ ਅੱਖਾਂ ਤੇ ਬੰਦ ਹੋ ਗਈਆਂ ਪਰ ਫਿਰ ਵੀ ਮੈਨੂੰ ਦੁਨੀਆ ਦਿਸੇ, ਸੰਸਾਰ ਦਿਸੇ। ਮਹਾਰਾਜ ਕਹਿਣ ਲੱਗੇ ਨਹੀਂ ਉਹ ਭਾਈ ਪਿਆਰਿਆ, ਨੇਤਰਾਂ ਬਿਨਾਂ ਵੇਖਿਆ ਕੋਈ ਨਹੀਂ ਹੋ ਜਾਂਦਾ, ਕੰਨਾਂ ਬਿਨਾਂ ਸੁਣਿਆ ਨਹੀਂ ਜਾਂਦਾ, ਜ਼ੁਬਾਨ ਬਿਨਾਂ ਬੋਲਿਆ ਨਹੀਂ ਜਾਂਦਾ। ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਬਚਨ ਇਹ ਹੈ ਕਿ ਗੁਰਮੁਖਾ ਨਾਮ ਬਿਨਾਂ ਨਰ ਕਹੀਂ ਨਾ ਲੇਖੈ। ਨਾਮ ਤੋਂ ਬਿਨਾਂ ਤੂੰ ਵੀ ਕਿਸੇ ਲੇਖੇ ਵਿੱਚ ਨਹੀਂ, ਕਿਸੇ ਗਿਣਤੀ ਵਿੱਚ ਨਹੀਂ ਹੈਗਾ। ਤੇਰੇ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਕੋਈ ਇਸ ਦੁਨੀਆ ਵਿੱਚ ਆਏ, ਕੋਈ ਗਿਣਤੀ ਹੈ? ਪਤਾ ਵੀ ਕਿੰਨੇ ਆਏ, ਤੇਰੇ ਤੋਂ ਮਗਰੋਂ ਕਿੰਨੇ ਆਉਣੇ, ਕੋਈ ਗਿਣਤੀ ਨਹੀਂ। ਨਾਮ ਬਿਨਾਂ ਕੋਈ ਗਿਣਤੀ ਵਿੱਚ ਨਹੀਂ ਬੰਦਾ ਦੁਨੀਆ 'ਤੇ ਆਇਆ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਬਿਨ ਵਿਦਿਆ ਕਹਾਂ ਕੋਈ ਪੰਡਤ। ਹੁਣ ਇੱਕ ਪਾਸੇ ਬੰਦਾ ਆਖੇ ਵੀ ਮੈਂ ਵਿਦਵਾਨ ਹਾਂ ਜੀ, ਮੈਂ ਵਿਦਵਾਨ ਹਾਂ, ਤੇ ਗ੍ਰੰਥ ਪੜ੍ਹਨਾ ਤੇ ਕੀ ਗ੍ਰੰਥ ਉਹਨੂੰ ਫੜਨਾ ਤੱਕ ਵੀ ਨਾ ਆਵੇ ਵੀ ਗ੍ਰੰਥ ਨੂੰ ਫੜਨਾ ਕਿਵੇਂ ਆ, ਖੋਲ੍ਹਣਾ ਕਿੱਧਰੋਂ ਹੈ, ਇਹਨੂੰ ਬੰਦ ਕਿਵੇਂ ਕਰਨਾ ਹੈ, ਤੇ ਲਿਖਿਆ ਕੀ ਹੈ, ਆਉਂਦਾ ਤੇ ਊੜਾ ਨਹੀਂ, ਆਖਦਾ ਮੈਂ ਵਿਦਵਾਨ ਹਾਂ। ਇਹ ਕਲਯੁਗ ਦਾ ਸਮਾਂ ਹੀ ਭਾਈ ਇਸ ਤਰ੍ਹਾਂ ਦਾ ਹੈ। ਮਹਾਰਾਜ ਕਹਿਣ ਲੱਗੇ ਮਨ ਅੰਧਾ ਨਾਉ ਸੁਜਾਨ। ਜਿਹੜਾ ਮਨ ਦਾ ਬਿਲਕੁਲ ਮਹਾਮੂਰਖ ਹੈ ਨਾ, ਉਹ ਆਖਦਾ ਮੈਂ ਬੜਾ ਸਿਆਣਾ। ਇਹ ਕਲਯੁਗ ਦੀ ਰੀਤੀ ਹੈ। ਪਾਤਸ਼ਾਹ ਕਹਿਣ ਲੱਗੇ ਵਿਦਿਆ ਬਿਨਾਂ ਪੰਡਤ ਨਹੀਂ ਉਹ ਬਣਿਆ ਜਾ ਸਕਦਾ। ਬਿਨ ਅਮਰੈ ਕੈਸੇ ਰਾਜ ਮੰਡਤ। ਇੱਕ ਬੰਨੇ ਆਖਦਾ ਮੈਂ ਰਾਜਾ ਹਾਂ, ਮੇਰੇ ਕੋਲ ਰਾਜਧਾਨੀ ਹੈ, ਮੇਰੇ ਕੋਲ ਫੌਜਾਂ, ਹੁਕਮ ਤੇ ਤੇਰਾ ਮੰਨਦਾ ਕੋਈ ਨਹੀਂ, ਕਹਿਣਾ ਤੇ ਤੇਰਾ ਮੰਨਦਾ ਕੋਈ ਨਹੀਂ, ਤੇ ਫਿਰ ਤੂੰ ਕਾਹਦਾ ਰਾਜਾ ਹੋਇਆ? ਅੱਜ ਦੇ ਰਾਜੇ ਇਸੇ ਤਰ੍ਹਾਂ ਦੇ ਨੇ ਨਾ, ਆਖਦੇ ਦਾਵਾ ਜ਼ਰੂਰ ਕਰਦੇ ਵੀ ਅਸੀਂ ਰਾਜੇ ਹਾਂ, ਨਾ ਉਹਨਾਂ ਰਾਜਿਆਂ ਦੇ ਮੰਤਰੀ ਉਹਨਾਂ ਦੀ ਗੱਲ ਮੰਨਦੇ, ਨਾ ਉਹਨਾਂ ਦੇ ਅਫਸਰ ਉਹਨਾਂ ਦੀ ਗੱਲ ਮੰਨਦੇ, ਤੇ ਨਾ ਹੀ ਪ੍ਰਜਾ ਗੱਲ ਮੰਨਦੀ ਹੈ। ਪ੍ਰਜਾ ਨੂੰ ਥਾਵਾਂ ਥਾਵਾਂ 'ਤੇ ਧਰਨੇ ਦੇਣੇ ਪੈਂਦੇ। ਕੋਈ ਹੱਕ ਲੈਣਾ, ਕੋਈ ਨੌਕਰੀ ਲੈਣੀ ਹੈ, ਤੁਹਾਨੂੰ ਧਰਨਾ ਦੇਣਾ ਪੈਣਾ, ਭੁੱਖੇ ਪਿਆਸੇ ਮਰਨਾ ਪੈਣਾ। ਰਾਜੇ ਦਾ ਹੁਕਮ ਮੰਨਣ ਵਾਸਤੇ ਪ੍ਰਜਾ ਤਿਆਰ ਨਹੀਂ, ਤੇ ਫਿਰ ਉਹ ਕਾਹਦਾ ਰਾਜਾ ਹੋਇਆ ਤੇ ਕਾਹਦਾ ਉਹਦਾ ਹੁਕਮ ਹੋਇਆ? ਤੇ ਪਾਤਸ਼ਾਹ ਕਹਿਣ ਲੱਗੇ ਭਾਈ ਬਿਨ ਬੂਝੇ ਕਹਾਂ ਮਨ ਠਹਿਰਾਨਾ।
ਜਿੰਨਾ ਚਿਰ ਮਨ ਨੂੰ ਸਮਝਿਆ ਨਹੀਂ, ਗੁਰੂ ਨੂੰ ਜਾਣਿਆ ਨਹੀਂ, ਗੁਰੂ ਦਾ ਬਚਨ ਕਮਾਇਆ ਨਹੀਂ, ਮਨ ਕਿਵੇਂ ਠਹਿਰੇਗਾ। ਨਾਮ ਬਿਨਾ ਸਭ ਜਗ ਬੌਰਾਨਾ, ਨਾਮ ਤੋਂ ਬਿਨਾ ਸਾਰਾ ਸੰਸਾਰ ਬੌਰਾ ਤੇ ਝੱਲਾ ਹੋਇਆ ਫਿਰਦਾ ਹੈ। ਬਿਨ ਬੈਰਾਗ ਕਹਾਂ ਕੋ ਬੈਰਾਗੀ, ਬਿਨ ਹੋ ਤਿਆਗ ਕਹਾਂ ਕੋ ਤਿਆਗੀ। ਕੱਲਾ ਕਹੀ ਜਾਵੇ ਵੀ ਮੈਂ ਬੈਰਾਗਮਾਨ ਹਾਂ, ਬੈਰਾਗਮਾਨ ਹਾਂ, ਬੈਰਾਗ ਤੇ ਆਇਆ ਕੋਈ ਨਹੀਂ। ਐਵੇਂ ਅੱਖਾਂ ਦੇ ਵਿੱਚ ਪਾ ਪਾ ਕੇ ਕਈ ਤਰ੍ਹਾਂ ਦੀਆਂ ਚੀਜ਼ਾਂ ਤੇ ਪਾਣੀ ਕੱਢ ਕੇ ਵਿਖਾਉਂਦਾ ਵੀ ਵੇਖੋ ਮੈਨੂੰ ਬੜਾ ਰੋਣਾ ਆ ਰਿਹਾ। ਇਹ ਇਸ ਤਰ੍ਹਾਂ ਦੇ ਕਰਮ ਕੀਤਿਆਂ ਬੈਰਾਗ ਨਹੀਂ ਆਉਂਦਾ। ਕੁਝ ਲੋਕ ਤੇਲ ਪਾ ਪਾ ਕੇ, 10ਵੇਂ ਪਾਤਸ਼ਾਹ ਮਹਾਰਾਜ ਨੇ ਲਿਖਿਆ, ਕਹਿਣ ਲੱਗੇ ਆਂਖ ਮੂੰਦ ਕੋ ਡਿੰਬ ਦਿਖਾਵੇ, ਅੰਦਰ ਕੀ ਪਦਵੀ ਸੋ ਪਾਵੇ। ਇਸ ਤਰ੍ਹਾਂ ਦੇ ਕਰਮ ਕੀਤਿਆਂ ਬੈਰਾਗ ਪ੍ਰਾਪਤ ਨਹੀਂ ਹੁੰਦਾ ਹੈ। ਬਿਨ ਬਸ ਪੰਚ ਕਹਾਂ ਕੋ ਚੂਰੇ, ਨਾਮ ਬਿਨਾ ਸਤ ਸਤਿ ਝੂਰੇ। ਬਿਨ ਗੁਰ ਦੀਖਿਆ ਕੈਸੇ ਗਿਆਨ, ਗੁਰੂ ਦੀ ਸਿੱਖਿਆ ਬਿਨਾ ਗਿਆਨ ਪ੍ਰਾਪਤ ਨਹੀਂ ਹੁੰਦਾ। ਭਾਈ ਪਿਆਰਿਆ, ਇਹ ਬਚਨ ਪੱਲੇ ਬੰਨ, ਗੁਰੂ ਦੀ ਸਿੱਖਿਆ ਲੈਣੀ ਪੈਣੀ ਉਹ ਤਾਂ ਜਾ ਕੇ ਕਿਤੇ ਗੱਲ ਬਣਨੀ ਹੈ। ਰੋ ਵਿਚਾਰ ਮਹਾਰਾਜ ਕਹਿਣ ਲੱਗੇ, ਭਾਈ ਐਸੇ ਬੇਡੀ ਵਰਣ ਨਾ ਸਾਕੋ, ਗੁਰੂ ਤੋਂ ਬਿਨਾ ਗਤ ਨਹੀਂ। ਐਸੇ ਗੁਰੂ ਦੇ ਗੁਣ ਵਰਣਨ ਨਹੀਂ ਕੀਤੇ ਜਾ ਸਕਦੇ, ਦੱਸੇ ਨਹੀਂ ਜਾ ਸਕਦੇ ਹਨ। ਸਭ ਅੰਤਰ ਸਭ ਠਾਈ ਹੋ, ਜਿਹੜੇ ਗੁਰਮੁਖ ਨੇ ਉਹਨਾਂ ਦੇ ਅੰਤःਕਰਨ ਦੇ ਵਿੱਚ ਸਾਰਿਆਂ ਥਾਵਾਂ ਤੇ ਉਹ ਪਰਮਾਤਮਾ ਰੂਪ ਗੁਰੂ ਜਿਹੜਾ ਬਿਰਾਜਮਾਨ ਹੁੰਦਾ, ਗੁਰੂ ਦਾ ਉਪਦੇਸ਼ ਬਰਾਜਿਆ ਹੁੰਦਾ ਹੈ। ਗੁੰਗੇ ਮਹਾ ਅੰਮ੍ਰਿਤ ਰਸ ਚਾਖਿਆ, ਜਿਵੇਂ ਕੋਈ ਗੂੰਗਾ ਵਿਅਕਤੀ ਮਹਾ ਅੰਮ੍ਰਿਤ ਰਸ ਕੀ ਹੈ, ਦੁੱਧ ਪੀ ਲਵੇ। ਦੁੱਧ ਨੂੰ ਗੁਰਮੁਖੋ ਮਹਾ ਅੰਮ੍ਰਿਤ ਰਸ ਆਖਿਆ ਜਾਂਦਾ। ਕਹਿਣ ਲੱਗੇ ਵੀ ਜੇ ਕੋਈ ਗੂੰਗਾ ਵਿਅਕਤੀ ਦੁੱਧ ਵਗੈਰਾ ਜਾਂ ਇਸ ਤਰ੍ਹਾਂ ਦੇ ਮਿੱਠੇ ਤੇ ਵਧੀਆ ਚੰਗੇ ਪਦਾਰਥ ਛਕ ਲਵੇ ਤੇ ਛਕਣ ਤੋਂ ਬਾਅਦ ਵਿੱਚ ਗੂੰਗੇ ਨੂੰ ਪੁੱਛੀਏ ਨਾ ਵੀ ਦੁੱਧ ਕਿੰਨਾ ਕੁ ਸਵਾਦ ਹੈ, ਇਹ ਮਿੱਠਾ ਪਦਾਰਥ ਖਾਧਾ ਕਿੰਨਾ ਕੁ ਸਵਾਦ ਹੈ, ਤੇ ਮਹਾਰਾਜ ਬਖਸ਼ਦੇ ਹਨ। ਪੁੱਛੇ ਕਹਿ ਨ ਜਾਈ ਹੋ, ਇਹ ਗੂੰਗਾ ਦੱਸ ਨਹੀਂ ਸਕਦਾ ਵੀ ਇਹ ਕਿੰਨਾ ਕੁ ਸਵਾਦ ਆਇਆ, ਕਿਉਂਕਿ ਗੂੰਗੇ ਕੋਲ ਜ਼ੁਬਾਨ ਨਹੀਂ ਤੇ ਜ਼ੁਬਾਨ ਬਿਨਾਂ ਦੱਸਿਆ ਨਹੀਂ ਜਾਂਦਾ ਹੈ। ਬੇਡੀ ਕੇ ਗੁਣ ਸੁਣ ਰੀ ਬਾਈ, ਇਸ ਕਰਕੇ ਇਹ ਭਾਈ ਜਿਹੜਾ ਗੁਰੂ ਰੂਪੀ ਮਿਸਤਰੀ ਹੈ, ਉਹਦੇ ਗੁਣ ਜਿਹੜੇ ਨੇ ਉਹ ਤੂੰ ਸੁਣਨਾ ਕਰ, ਤੈਨੂੰ ਦੱਸ ਦਿੰਦੇ ਹਾਂ। ਜਲ ਬਾਂਧ ਧਰੂ ਥਾਪਿਓ, ਗੁਰੂ ਭਾਈ ਇਸ ਤਰ੍ਹਾਂ ਦਾ ਹੈ, ਇਹ ਜਿਹੜਾ ਸੰਸਾਰ ਰੂਪੀ ਸਮੁੰਦਰ ਹੈ ਨਾ, ਜਿਵੇਂ ਭਗਵਾਨ ਰਾਮ ਜੀਆਂ ਨੇ ਸਮੁੰਦਰ ਦੇ ਉੱਪਰ ਪੁਲ ਬੱਧਾ ਸੀ ਨਾ ਸੀਤਾ ਨੂੰ ਲਿਆਉਣ ਵਾਸਤੇ, ਗੁਰੂ ਜਿਹੜਾ ਹੈ ਉਹ ਸੰਸਾਰ ਦੇ ਉੱਪਰ ਨਾਮ ਦਾ ਪੁਲ ਬੰਨ੍ਹ ਕੇ ਬੈਠਾ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਇਹ ਗੁਰੂ ਜਿਹੜਾ ਨਾ ਭਾਈ ਸੰਸਾਰ ਦੇ ਉੱਪਰ ਨਾਮ ਦਾ ਪੁਲ ਮਹਾਰਾਜ ਨੇ ਬੱਧਾ ਹੋਇਆ। ਜਿਹੜਾ ਨਾਮ ਦੇ ਜਹਾਜ਼ੇ ਚੜ੍ਹੇਗਾ ਨਾ ਉਹ ਦੁਨੀਆ ਤੋਂ ਪਾਰ ਹੋਵੇਗਾ। ਜਲਦ ਬਾਂਧ, ਇਹ ਜਲਦ ਜਿਹੜਾ ਸੰਸਾਰ ਸਮੁੰਦਰ ਇਹਦੇ ਉੱਪਰ ਗੁਰੂ ਪਾਤਸ਼ਾਹ ਨੇ ਬਾਂਧ ਕਹੀਏ ਬੰਨ੍ਹ ਦਿੱਤਾ ਗਿਆਨ ਦਾ ਪੁਲ। ਤੇ ਕਹਿਣ ਲੱਗੇ ਐਸੇ ਪੁਲ ਦੇ ਉੱਪਰ ਚੜ੍ਹ ਕੇ ਸੰਸਾਰ ਤੋਂ ਤਰੇਂਗਾ। ਧਰੂ ਥਾਪਿਓ ਹੋ, ਇਹ ਜਿਹੜੀ ਤੇਰੀ ਬਿਰਤੀ ਹੈ ਨਾ, ਇਸ ਨੂੰ ਮਹਾਰਾਜ ਜੀਆਂ ਨੇ ਅਚਲ ਕਰ ਦਿੱਤਾ। ਅਚਲ ਪਦਵੀ ਇਸ ਬਿਰਤੀ ਨੂੰ, ਸੁਰਤੀ ਨੂੰ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਨਾਮੇ ਕੇ ਸੁਆਮੀ ਸੀ ਬਹੋਰੀ, ਨਾਮਦੇਵ ਜੀ ਕਹਿਣ ਲੱਗੇ ਗੁਰੂ ਬੜਾ ਸਮਰੱਥ ਹੈ ਭਾਈ। ਸੀ ਨਾਮ ਸ਼ਾਂਤੀ ਦਾ ਹੈ, ਜਿਹੜੀ ਸ਼ਾਂਤੀ ਸੰਸਾਰ ਵਿੱਚੋਂ ਭੱਜ ਭੱਜ ਕੇ ਬਾਹਰ ਜਾਂਦੀ ਹੈ, ਗੁਰੂ ਉਸ ਸ਼ਾਂਤੀ ਨੂੰ ਸੰਸਾਰ ਵਿੱਚ ਵੀ ਟਿਕਾਉਂਦਾ, ਤੇਰੇ ਹਿਰਦੇ ਵਿੱਚ ਵੀ ਟਿਕਾਉਂਦਾ ਹੈ। ਮਨ ਅਸ਼ਾਂਤ ਹੋ ਜਾਂਦਾ ਨਾ, ਭਟਕਦਾ, ਤੇ ਉਸ ਵੇਲੇ ਅਸੀਂ ਬਾਣੀ ਪੜ੍ਹਦੇ ਹਾਂ, ਪਾਠ ਕਰਦੇ ਹਾਂ, ਕਥਾ ਸੁਣਦੇ, ਕੀਰਤਨ ਸੁਣਦੇ, ਤੇ ਮਨ ਸ਼ਾਂਤ ਹੋ ਜਾਂਦਾ, ਸ਼ਾਂਤੀ ਆ ਜਾਂਦੀ। ਕਹਿਣ ਲੱਗੇ ਸ਼ਾਂਤੀ ਦਾ ਪੁਲ ਬੰਨਣ ਵਾਲੇ ਵੀ ਗੁਰੂ ਨੇ, ਤੇਰੇ ਅੰਦਰ ਸ਼ਾਂਤੀ ਲਿਆ ਕੇ ਟਿਕਾ ਦਿੰਦੇ ਹਨ। ਲੰਕ ਭੀਖਣ ਥਾਪ ਆਪਿਓ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਲੰਕ ਜਿਹੜਾ ਤੇਰਾ ਸਰੀਰ ਹੈ ਨਾ, ਇਹਦੇ ਵਿੱਚ ਭੈ ਭੀਖਣ, ਇਹ ਜਿਹੜਾ ਭੈ ਡਰ ਬਣਿਆ ਹੋਇਆ, ਭੀਖਣ ਬੜਾ ਭਿਆਨਕ। ਸਰੀਰ ਦੇ ਅੰਦਰ ਡਰ ਕਾਹਦਾ ਹੈ? ਸਾਰਿਆਂ ਤੋਂ ਵੱਡਾ ਡਰ ਮੌਤ ਦਾ, ਜਮਾਂ ਦਾ ਡਰ, ਇਹ ਬਣਿਆ ਹੋਇਆ। ਫਿਰ ਦੁਨੀਆ ਦਾ ਡਰ ਬਣਿਆ, ਬਿਮਾਰੀ ਦਾ ਡਰ ਬਣਿਆ, ਦੁੱਖ ਦਾ ਡਰ ਬਣਿਆ। ਇਹ ਜਿੰਨੇ ਵੀ ਸਰੀਰ ਦੇ ਅੰਦਰ ਡਰ ਬਣੇ ਹੋਏ, ਇਹਨਾਂ ਡਰਾਂ ਨੂੰ ਪਰੇ ਕਰਕੇ ਤੇ ਗੁਰੂ ਪਾਤਸ਼ਾਹ ਤੈਨੂੰ ਸੁਤੰਤਰ ਕਰ ਦਿੰਦੇ, ਤੇਰੇ ਉੱਪਰ ਬਖਸ਼ਿਸ਼ਾਂ ਕਰ ਦਿੰਦੇ, ਤੈਨੂੰ ਬ੍ਰਹਮ ਦਾ ਰੂਪ ਬਣਾ ਦਿੰਦੇ। ਐਸੀ ਬਖਸ਼ਿਸ਼ ਤੈਨੂੰ ਪ੍ਰਾਪਤ ਹੁੰਦੀ ਹੈ। ਸਤਿਗੁਰੂ ਰਹਿਮਤ ਕਰਨ, ਉਪਦੇਸ਼ ਸਾਡੇ ਹਿਰਦੇ ਵਸੇ, ਸਾਡਾ ਭਲਾ ਹੋਵੇ। ਸੋ ਇਸੇ ਸ਼ਬਦ ਦੇ ਆਪਾਂ ਕੱਲ੍ਹ ਵੀ ਅਰਥ ਜਿਹੜੇ ਸਨ ਉਹ ਸਰਵਣ ਕੀਤੇ ਸਨ, ਉਹੀ ਸ਼ਬਦ ਆਪਾਂ ਅੱਜ ਫਿਰ ਇਸ ਦੇ ਜਿਹੜੇ ਅੰਤਰੀਵ ਅਰਥ ਨੇ ਉਹ ਆਪਾਂ ਸਰਵਣ ਕੀਤੇ। ਮਹਾਰਾਜ ਰਹਿਮਤ ਕਰਨ, ਸਾਡੇ ਹਿਰਦੇ ਵਸੇ, ਸਾਡਾ ਭਲਾ ਹੋਵੇ। ਭੁੱਲਾਂ ਦੀ ਮੁਆਫੀ, ਸਮੇਂ ਦੀ ਸਮਾਪਤੀ ਦਿਓ ਸੱਜਣਾ ਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਬੇਡੀ ਕੇ ਗੁਣ ਸੁਣ ਰੀ ਬਾਈ, ਜਲਦ ਬਾਂਧ ਧਰੂ ਥਾਪਿਓ,
ਨਾਮੇ ਕੇ ਸੁਆਮੀ ਸੀ ਬਹੋਰੇ ਲੰਕ ਪਪੀਖਣ ਆਪਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਗੁਰੂ ਜੀ ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ। ਸਤਿਗੁਰ ਹੋਏ ਦਿਆਲ ਤਾਂ